ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1427 ਤੇ 21 ਨੰਬਰ ਤੋਂ ਬਾਅਦ ਹੈ। ਜੋ ਪ੍ਰਾਣੀ ਮਮਤਾ ਤਜੈ, ਲੋਭ ਮੋਹ ਅਹੰਕਾਰ, ਕਹੋ ਨਾਨਕ ਆਪਨ ਤਰੈ, ਔਰਨ ਲੇਤ ਉਧਾਰ। ਜੋ ਪ੍ਰਾਣੀ ਮਮਤਾ ਤਜੈ, ਜਿਹੜਾ ਪ੍ਰਾਣੀ ਮਮਤਾ ਤਜੈ ਹੁੰਦਾ ਛੱਡ ਦੇਣਾ। ਮਮਤਾ, ਲੋਭ, ਮੋਹ, ਅਹੰਕਾਰ, ਇਹਨੂੰ ਅਹੰਕਾਰ ਨਹੀਂ ਬੋਲਣਾ। ਅਹੰਕਾਰ ਤਾਂ ਬੋਲਦੇ ਜਿਹੜੇ ਅਹੰਕਾਰ ਦਾ ਵਿਰੋਧੀ ਸ਼ਬਦ ਹੁੰਦਾ। ਜੇ ਅਹੰਕਾਰ ਦਾ ਇਹ ਵਿਰੋਧੀ ਸ਼ਬਦ ਹੁੰਦਾ ਫਿਰ ਬੋਲਦੇ ਅਹੰਕਾਰ। ਇਹ ਅਹੰਕਾਰ ਇੱਕੋ ਹੀ ਸ਼ਬਦ ਹੈ। ਪੰਜਾਬੀ 'ਚ ਹੰਕਾਰ ਕਹਿੰਦੇ ਨੇ, ਫਲਾਣਾ ਬੰਦਾ ਬੜਾ ਹੰਕਾਰ ਕਰਦਾ। ਹਿੰਦੀ ਕਹਿੰਦੇ ਅਹੰਕਾਰ। ਹਾਹੇ ਤੋਂ ਪਹਿਲਾ ਅੱਖਰ ਜਿਹੜਾ ਮੁਕਤਾ ਹੁੰਦਾ ਹੈ, ਬੋਲਣ ਵੇਲੇ ਉਸ 'ਤੇ ਦੁਲਾਵਾਂ ਲੱਗਦੀਆਂ, ਅਤੇ ਜਿਹੜੀ ਹਾਹੇ 'ਤੇ ਟਿੱਪੀ ਹੈ ਇਹ ਦੁਲਾਵਾਂ ਦੇ ਨਾਲ ਬਿੰਦੀ ਬਣ ਜਾਂਦੀ ਹੈ। ਤਾਂ ਹੁਣ ਹੋ ਗਿਆ ਆੜੇ ਨੂੰ ਦੁਲਾਵਾਂ ਨਾਲ ਬਿੰਦੀ, ਹਾਹਾ ਐਂ, ਕੱਕੇ ਨੂੰ ਕਿਨਾਰਾ ਰਾਕਾਰ, ਅਹੰਕਾਰ। ਇਹ ਹਿੰਦੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਹੰਕਾਰ। ਜਿਹੜਾ ਵਿਅਕਤੀ ਮਮਤਾ, ਲੋਭ, ਮੋਹ, ਹੰਕਾਰ ਛੱਡ ਦਿੰਦਾ ਹੈ, ਛੱਡ ਦਿੰਦਾ, ਲੋਭ ਵੀ ਛੱਡਦਾ ਹੈ, ਮੋਹ ਵੀ ਤਿਆਗ ਦਿੱਤਾ ਹੈ, ਹੰਕਾਰ ਵੀ ਛੱਡ ਦਿੱਤਾ ਹੈ, ਫਿਰ ਉਹ ਵਿਅਕਤੀ ਕਹਿੰਦੇ ਕੀ ਹੈ? ਕਹੋ ਨਾਨਕ ਆਪਨ ਤਰੈ, ਔਰਨ ਲੇਤ ਉਧਾਰ। ਉਹ ਵਿਅਕਤੀ ਆਪ ਵੀ ਤਰਦਾ ਇਸ ਭਵ ਸਾਗਰ ਨੂੰ ਤੇ ਦੂਸਰਿਆਂ ਦਾ ਵੀ ਪਾਰ ਉਤਾਰਾ ਕਰ ਦਿੰਦਾ। ਜਿਹੜੇ ਉਹਦੀ ਸੰਗਤ ਕਰਦੇ ਨੇ ਉਹ ਵੀ ਤਰ ਜਾਂਦੇ ਨੇ। ਆਪ ਤੇ ਉਹ ਤਰਦਾ ਹੀ ਹੈ। ਇਸ ਸੰਸਾਰ ਨੂੰ ਸੰਸਾਰ ਸਮੁੰਦਰ ਕਹਿੰਦੇ ਨੇ, ਇਹਨੂੰ ਭਵ ਸਾਗਰ ਵੀ ਕਹਿੰਦੇ ਨੇ, ਕਿਉਂਕਿ ਸੰਸਾਰ ਵਿੱਚ ਬੇਅੰਤ ਬੁਰਾਈਆਂ ਨੇ। ਬੁਰਾਈਆਂ ਤੋਂ ਬਚ ਕੇ ਜੀਵਨ ਜਿਉਣਾ, ਇਹੀ ਅਸਲ ਭਵ ਸਾਗਰ ਤਰਨਾ, ਇਹੀ ਸੰਸਾਰ ਸਮੁੰਦਰ ਤਰਨਾ। ਹੁਣ ਤਿੰਨ ਅਵਸਥਾਵਾਂ ਹੁੰਦੀਆਂ ਨੇ, ਬਚਪਨ ਹੁੰਦਾ, ਜਵਾਨੀ ਹੁੰਦੀ ਹੈ, ਬੁਢਾਪਾ ਹੁੰਦਾ ਹੈ। ਜਿਹੜੇ ਸਿਆਣੇ ਮਾਂ ਪਿਓ ਨੇ ਉਹ ਬਚਪਨ ਦੇ ਵਿੱਚ ਹੀ ਬੱਚੇ ਨੂੰ ਧਰਮ ਵਾਲੇ ਪਾਸੇ ਲਾ ਦਿੰਦੇ ਨੇ, ਭਜਨ ਬੰਦਗੀ ਵਾਲੇ ਪਾਸੇ ਲਾ ਦਿੰਦੇ ਨੇ, ਭਾਵੇਂ 15 ਮਿੰਟ ਹੀ ਕਰੇ ਰੋਜ਼। ਜਦੋਂ ਜਵਾਨ ਹੋ ਜਾਂਦਾ ਫਿਰ ਉਹ ਭਜਨ ਬੰਦਗੀ ਵਧਾ ਦਿੰਦਾ ਹੈ। ਨਾਲ ਮਾਂ ਪਿਓ ਨੇ ਇਹ ਖਿਆਲ ਰੱਖਣਾ ਹੁੰਦਾ ਕਿ ਲੜਕਾ ਲੜਕੀ ਜੋ ਵੀ ਸਾਡੀ ਹੈ, ਇਹਦੇ ਜਿਹੜੇ ਦੋਸਤ ਨੇ ਜਾਂ ਸਹੇਲੀਆਂ ਨੇ ਉਹ ਕਿਹੋ ਜਿਹੀਆਂ ਨੇ। ਕੀ ਸਾਡਾ ਬੱਚਾ ਬੁਰੀ ਸੰਗਤ ਤਾਂ ਨਹੀਂ ਜਾ ਰਿਹਾ? ਜੇ ਬੁਰੀ ਸੰਗਤ ਚਲੇਗਾ ਜ਼ਿੰਦਗੀ ਬਰਬਾਦ ਹੋ ਗਈ। ਬਸ ਘਰ ਦੇ ਵਿੱਚ ਇੱਕ ਵੀ ਜੀਵ ਮਾੜਾ ਨਿਕਲ ਆਵੇ ਨਾ, ਸਾਰੇ ਜੀਵਨ ਦੀ ਜਿਹੜਾ ਮਾਨਸਿਕ ਸ਼ਾਂਤੀ ਖਤਮ ਹੋ ਜਾਂਦੀ ਪਰਿਵਾਰ ਦੀ। ਇਸ ਲਈ ਬੜਾ ਖਿਆਲ ਰੱਖਣਾ ਪੈਂਦਾ ਬੱਚੇ ਦਾ ਕਿ ਕਿਤੇ ਉਹਦੀ ਜਿਹੜੀ ਦੋਸਤੀ ਹੈ, ਜਿਨ੍ਹਾਂ ਨਾਲ ਉਹ ਫਿਰਦਾ ਹੈ, ਕੋਸ਼ਿਸ਼ ਕਰਿਆ ਕਰੋ ਕਿ ਤੁਹਾਡਾ ਬੱਚਾ ਰਾਤ ਨੂੰ ਨਾ ਫਿਰੇ ਆਪਣੇ ਦੋਸਤਾਂ ਨਾਲ। ਦਿਨੇ ਉਹ ਸਕੂਲੇ ਪੜ੍ਹਦਾ ਹੈ, ਕਾਲਜ 'ਚ ਪੜ੍ਹਦਾ ਹੈ, ਬਥੇਰਾ ਫਿਰ ਲਿਆ, ਰਾਤ ਨੂੰ ਉਹਨੂੰ ਫਿਰਨ ਨਹੀਂ ਦੇਣਾ ਦੋਸਤਾਂ ਨਾਲ, ਨਹੀਂ ਉੱਤੇ ਉਹ ਵਿਗੜੇਗਾ।
ਅਸੀਂ ਕਈ ਵਾਰੀ ਲੜਕੀਆਂ 'ਤੇ ਤਾਂ ਕੰਟਰੋਲ ਕਰਦੇ ਹਾਂ, ਉਹਨਾਂ ਨੂੰ ਬਹੁਤਾ ਰਾਤ ਨੂੰ ਨਹੀਂ ਫਿਰਨ ਦਿੰਦੇ, ਪਰ ਮੁੰਡਿਆਂ 'ਤੇ ਕੰਟਰੋਲ ਨਹੀਂ ਕਰਦੇ, ਇਸ ਲਈ ਉਹ ਵਿਗੜ ਜਾਂਦੇ ਨੇ। 25-26 ਸਾਲ ਪਹਿਲਾਂ ਦੀ ਗੱਲ ਹੈ, ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਮੈਂ ਕੋਈ ਕਿਤਾਬ ਖਰੀਦਣੀ ਸੀ ਬੁੱਕ ਸਟਾਲ ਤੋਂ। ਮੈਂ ਬੱਸ 'ਚ ਉਤਰਿਆ, ਸਕੂਲੋਂ ਆ ਰਹੇ ਸੀ, ਬੱਸ 'ਚ ਉਤਰਿਆ, ਜਾ ਰਿਹਾ ਮੈਂ ਯੂਨੀਵਰਸਿਟੀ ਦੇ ਵਿੱਚ। ਬੜੀ ਹਰਿਆਵਲ ਹੈ, ਬੜੇ ਦਰਖਤ ਨੇ, ਬੜਾ ਸੋਹਣਾ ਲੱਗ ਰਿਹਾ ਸੀ। ਪਹਿਲੇ ਦਰਖਤ ਕੋਲੋਂ ਲੰਘਿਆ, ਇੱਕ ਲੜਕਾ ਅਤੇ ਇੱਕ ਲੜਕੀ ਬੈਠੇ ਨੇ। ਜੋ ਦੂਜੇ ਦਰਖਤ ਕੋਲੋਂ ਲੰਘੇ, ਉੱਥੇ ਵੀ ਇੱਕ ਲੜਕਾ ਅਤੇ ਇੱਕ ਲੜਕੀ ਬੈਠੇ। ਤੀਜੇ ਦਰਖਤ ਕੋਲੋਂ ਲੰਘੇ, ਉੱਥੇ ਵੀ ਇੱਕ ਲੜਕਾ ਅਤੇ ਇੱਕ ਲੜਕੀ ਬੈਠੇ। 30 ਦਰਖਤਾਂ ਦੇ ਕੋਲੋਂ ਮੈਂ ਲੰਘਿਆ, 30 ਦੇ ਹੇਠਾਂ ਹੀ ਇੱਕ ਲੜਕਾ ਅਤੇ ਇੱਕ ਲੜਕੀ ਬੈਠੇ ਨੇ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ, ਮਾਂ ਪਿਓ ਨੇ ਯੂਨੀਵਰਸਿਟੀ 'ਚ ਭੇਜੇ ਬੱਚੇ ਪੜ੍ਹਨ ਲਈ, ਜਦੋਂ ਇੱਕ ਲੜਕਾ ਅਤੇ ਇੱਕ ਲੜਕੀ ਹੀ ਸਿਰਫ ਬੈਠੇ ਨੇ, ਤਾਂ ਫਿਰ ਉਹ ਕੀ ਕਰਦੇ ਹੋਣਗੇ? ਆਪਸ 'ਚ ਲਵ ਹੀ ਕਰਦੇ ਹੋਣਗੇ ਨਾ। ਅਤੇ ਜਦੋਂ ਲਵ ਕਰਦੇ ਹੋਣਗੇ ਤਾਂ ਫਿਰ ਪੜ੍ਹਾਈ ਤਾਂ ਨਹੀਂ ਨਾ ਹੋ ਸਕਦੀ। ਲੜਕੀ ਦਾ ਖਿਆਲ ਲੜਕੇ ਵੱਲ ਜਾਈ ਜਾਏਗਾ, ਲੜਕੇ ਦਾ ਖਿਆਲ ਲੜਕੀ ਵੱਲ ਜਾਈ ਜਾਏਗਾ, ਪੜ੍ਹਾਈ ਤਾਂ ਹੋਣੀ ਕੋਈ ਨਹੀਂ। ਮਾਂ ਪਿਓ ਦੇ ਪੈਸੇ ਜ਼ਰੂਰ ਖਰਾਬ ਕਰਨੇ ਹਨ। ਉਹਨਾਂ ਨੇ ਗਿਆਨ ਹੀ ਨਹੀਂ ਕਿ ਅਸੀਂ ਤਾਂ ਪੜ੍ਹਾਈ ਕਰਨ ਆਏ ਹਾਂ। ਕੋਈ ਚੱਜ ਨਾਲ ਪੜ੍ਹ ਲਓ, ਕੋਈ ਨੌਕਰੀ ਮਿਲ ਜਾਏਗੀ, ਇੰਨੀ ਸੋਝੀ ਨਹੀਂ ਹੈ। ਇਸ ਲਈ ਮਨੁੱਖ ਇਹ ਬੁਰਾਈਆਂ ਛੱਡਣ ਲਈ ਤਿਆਰ ਨਹੀਂ ਹੈਗਾ। ਇਹ ਬੁਰਾਈਆਂ ਦੇ ਵਿੱਚ ਫਸ ਕੇ ਹੀ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲੈਂਦਾ ਹੈ। ਕਿਸੇ ਵੀ ਬੁਰਾਈ 'ਚ ਅਗਰ ਤੁਸੀਂ ਫਸ ਗਏ, ਤੁਹਾਡੀ ਜ਼ਿੰਦਗੀ ਬਰਬਾਦ ਹੋ ਗਈ। ਇਸ ਲਈ ਕਹਿੰਦੇ ਜਿਹੜਾ ਵਿਅਕਤੀ ਮਮਤਾ, ਲੋਭ, ਮੋਹ, ਅਹੰਕਾਰ ਨੂੰ ਤਿਆਗ ਦਿੰਦਾ ਨਾ, ਉਹ ਆਪ ਵੀ ਤਰਦਾ, ਇਸ ਭਾਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਔਰਨ ਲੇਤ ਉਧਾਰ, ਅਤੇ ਦੂਜਿਆਂ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ। ਔਰਨ ਹੋਰਾਂ ਦਾ, ਕਿਉਂਕਿ ਜੇ ਤੁਸੀਂ ਚੰਗੇ ਦੀ ਸੰਗਤ ਕਰੋਗੇ, ਤੁਹਾਡਾ ਵੀ ਭਲਾ ਹੋ ਜਾਏਗਾ। ਮਾੜੇ ਦੀ ਸੰਗਤ ਕਰੋਗੇ, ਤੁਹਾਡੀ ਜ਼ਿੰਦਗੀ ਬਰਬਾਦ ਹੋ ਜਾਏਗੀ, ਬਰਬਾਦ ਹੋ ਜਾਏਗੀ। ਛੋਟੇ ਮੈਨੂੰ ਯਾਦ ਹੈ, ਪੀ ਰਹੇ ਹੋਣੇ ਰਿਸ਼ਤੇਦਾਰਾਂ ਨੇ, ਕਾਕਾ ਤੂੰ ਵੀ ਘੁੱਟ ਪੀ ਲੈ। ਮੈਂ ਜੀ ਮੈਂ ਨਹੀਂ ਪੀਂਦਾ। ਇਹ ਸੁੰਘ ਕੇ ਵੇਖ ਲੈ। ਮੈਂ ਕਿਉਂ? ਇਹ 'ਚੋਂ ਕੋਈ ਖੁਸ਼ਬੂ ਆਉਂਦੀ ਹੈ, ਇਹ 'ਚੋਂ ਕੋਈ ਖੁਸ਼ਬੂ ਆਉਂਦੀ ਹੈ, ਮੈਨੂੰ ਸੁੰਘ ਕੇ ਵੇਖ ਲੈ। ਇਹ ਬੱਚੇ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ। ਬੱਚੇ ਨੂੰ ਕਿਹਾ ਜਾ ਰਿਹਾ ਤੂੰ ਵੀ ਪੀ। ਇਹ ਤਾਂ ਮੇਰੇ ਮਗਲੇ ਜਨਮ ਦੇ ਸੰਸਕਾਰ ਹੀ ਇਤਨੇ ਤਗੜੇ ਸਨ ਕਿ ਮੇਰੇ 'ਤੇ ਅਸਰ ਹੀ ਕੋਈ ਨਾ ਇਹਨਾਂ ਗੱਲਾਂ ਦਾ ਹੋਇਆ, ਅਤੇ ਮੈਂ ਬਚ ਗਿਆ। ਉਹਨਾਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ। ਜੇ ਪੀਣੀ ਨਹੀਂ, ਕਹਿੰਦੇ ਸੂੰਘੀ ਹੈ। ਦੱਸ ਵੇ, ਉਹਨੂੰ ਪੁੱਛੇ ਵੀ ਸੂੰਘਣ ਨਾਲ ਕੀ ਹੋ ਜਾਏਗਾ? ਵੀ ਇਹ ਕਿਹੜਾ ਖੁਸ਼ਬੂ ਆ ਰਹੀ, 'ਚ ਬਦਬੂ ਆ ਰਹੀ ਹੁੰਦੀ ਹੈ, ਸੜੇ ਹਣ ਮਾਰਦੀ। ਇਸ ਲਈ ਇਹ ਤਾਂ ਬੜੀ ਚੰਗੀ ਕਿਸਮਤ ਹੋਵੇ ਤਾਂ ਬੰਦਾ ਜਿਹੜਾ ਹੈ ਕੁਸੰਗਤ ਤੋਂ ਬਚ ਸਕਦਾ ਹੈ। ਨਹੀਂ ਤਾਂ ਇਤਨਾ ਮਾੜਾ ਹਾਲ ਸਮਾਜ ਦਾ ਹੋ ਗਿਆ ਹੈ ਕਿ ਇਹ ਕੁਸੰਗੀਆਂ ਤੋਂ ਬਚਣਾ ਬਹੁਤ ਮੁਸ਼ਕਿਲ ਹੈ। ਅਤੇ ਜਿਹੜਾ ਬਚ ਗਿਆ, ਕਹਿੰਦੇ ਉਹ ਤਰ ਗਿਆ, ਅਤੇ ਜਿਹਨੇ ਉਹਦੀ ਸੰਗਤ ਕੀਤੀ ਉਹ ਵੀ ਤਰ ਗਿਆ। ਤਾਂ ਹੀ ਕਹਿੰਦੇ ਨੇ, ਇੰਗਲਿਸ਼ ਵਾਲੇ ਕਹਿੰਦੇ ਬੈਟਰ ਅਲੋਨ ਦੈਨ ਇਨ ਏ ਬੈਡ ਕੰਪਨੀ। ਮਾੜੀ ਸੰਗਤ ਨਾਲ ਇਕੱਲੇ ਰਹਿਣਾ ਠੀਕ ਹੈ। ਕਿਤਾਬਾਂ ਪੜ੍ਹ ਲਓ। ਅਗਰ ਤੁਸੀਂ ਵਿਹਲੇ ਹੋ, ਤੁਹਾਡਾ ਜੀਅ ਨਹੀਂ ਲੱਗ ਰਿਹਾ, ਕੋਈ ਚੱਜ ਦੀ ਕਿਤਾਬਾਂ 2-4 ਘਰ 'ਚ ਰੱਖੋ, ਵਿਹਲੇ ਸਮੇਂ ਉਹਨਾਂ ਨੂੰ ਪੜ੍ਹਦੇ ਰਹੋ, ਗਿਆਨ ਹੋਵੇ, ਕੋਈ ਸਿੱਖਿਆ ਮਿਲੇਗੀ। ਗੁਰੂਆਂ ਦੇ ਜੀਵਨ ਘਰ 'ਚ ਰੱਖ ਲਓ, ਭਗਤਾਂ ਦੇ ਜੀਵਨ ਰੱਖ ਲਓ, ਸੰਤਾਂ ਮਹਾਤਮਾ ਦੇ ਜੀਵਨ ਰੱਖ ਲਓ।
ਸਾਇੰਸਦਾਨਾਂ ਦੇ ਜੀਵਨ ਰੱਖ ਲਓ, ਪੜ੍ਹੋਗੇ, ਗਿਆਨ ਹੋਏਗਾ, ਉਤਸ਼ਾਹ ਮਿਲੇਗਾ, ਜੀਵਨ ਚੰਗੇ ਪਾਸੇ ਲੱਗੇਗਾ, ਸਮੇਂ ਦਾ ਸਦਉਪਯੋਗ ਹੋਵੇਗਾ। ਸਮਾਂ ਬੜਾ ਕੀਮਤੀ ਹੁੰਦਾ ਹੈ, ਇਹਦਾ ਦੁਰਉਪਯੋਗ ਨਹੀਂ ਕਰੀਦਾ ਹੁੰਦਾ। ਸਮੇਂ ਨੇ ਮੁੜ ਕੇ ਨਹੀਂ ਆਉਣਾ। ਜਿਹੜਾ ਸਮਾਂ ਲੰਘ ਗਿਆ ਲੰਘ ਗਿਆ। ਇਸ ਲਈ ਜਿਹੜਾ ਵੀ ਸਮਾਂ ਮਿਲਿਆ ਹੈ ਜ਼ਿੰਦਗੀ 'ਚ ਉਸਦੀ ਸਹੀ ਵਰਤੋਂ ਕਰੀਦੀ ਹੈ। ਜੋ ਵੀ ਚੀਜ਼ ਤੁਹਾਡੇ ਕੋਲ ਹੈ ਤੁਸੀਂ ਉਹਦੀ ਸਹੀ ਵਰਤੋਂ ਕਰਨੀ ਸ਼ੁਰੂ ਕਰ ਦਿਓ, ਤੁਹਾਡਾ ਜੀਵਨ ਸਵਰਗ ਹੋ ਜਾਏਗਾ। ਬਹੁਤੀਆਂ ਚੀਜ਼ਾਂ ਦੀ ਕੋਈ ਲੋੜ ਨਹੀਂ ਹੁੰਦੀ ਕਿ ਮੇਰੇ ਕੋਲ ਬਹੁਤ ਸਾਰੀਆਂ ਚੀਜ਼ਾਂ ਤਾਂ ਮੇਰਾ ਜੀਵਨ ਸਵਰਗ ਹੋਏਗਾ। ਨਹੀਂ, ਤੁਹਾਡੇ ਕੋਲ ਜੋ ਕੁਛ ਵੀ ਹੈ ਉਸ ਨੂੰ ਸਹੀ ਵਰਤਣਾ ਸ਼ੁਰੂ ਕਰ ਦਿਓ। ਜੋ ਕੁਛ ਵੀ ਹੈ ਉਹਦੀ ਸਹੀ ਵਰਤੋਂ ਕਰੋ, ਤਾਂ ਹੀ ਅਸੀਂ ਸੁਖੀ ਰਹਿ ਸਕਦੇ ਹਾਂ। ਸੋ ਤਾਂ ਨੌਵੇਂ ਪਾਤਸ਼ਾਹ ਕਹਿੰਦੇ ਨੇ, ਜਿਸ ਪ੍ਰਾਣੀ ਨੇ ਮਮਤਾ, ਲੋਭ, ਮੋਹ, ਅਹੰਕਾਰ ਛੱਡ ਦਿੱਤੇ ਨਾ, ਤਜੇ ਛੱਡ ਦਿੰਦਾ ਹੈ। ਕਹੋ ਨਾਨਕ ਆਪਣ ਤਰੈ, ਉਹ ਆਪ ਵੀ ਤਰਦਾ, ਔਰਨ ਲੈ ਤੋ ਉਧਾਰ, ਅਤੇ ਦੂਜਿਆਂ ਦਾ ਵੀ ਭਲਾ ਕਰਦੇ, ਦੂਜੇ ਨੂੰ ਉਤਾਰ ਦਿੰਦਾ ਹੈ। ਕਿਉਂਕਿ ਜਿਹੜਾ ਤਰਦਾ ਹੈ ਉਹੀ ਦੂਸਰੇ ਨੂੰ ਤਾਰ ਸਕਦਾ। ਜੇ ਮੈਨੂੰ ਪਾਣੀ 'ਚ ਤਰਨਾ ਹੀ ਨਹੀਂ ਆਉਂਦਾ ਅਤੇ ਜੇ ਕੋਈ ਦੂਜਾ ਡੁੱਬ ਰਿਹਾ ਤਾਂ ਮੈਂ ਉਸ ਨੂੰ ਤਾਰ ਨਹੀਂ ਸਕਦਾ, ਬਚਾ ਨਹੀਂ ਸਕਦਾ, ਕਿਉਂਕਿ ਮੈਨੂੰ ਤਾਂ ਆਪ ਹੀ ਨਹੀਂ ਤਰਨਾ ਆਉਂਦਾ। ਅਤੇ ਜੇ ਮੈਂ ਗਲਤੀ ਇਹਨਾਂ ਨੂੰ ਬਚਾਉਣ ਲਈ ਛਾਲ ਮਾਰਤੀ, ਆਪ ਵੀ ਡੁੱਬ ਜਾਵਾਂਗਾ, ਆਪ ਵੀ ਡੁੱਬ ਜਾਵਾਂਗਾ। ਜਿਹਨੂੰ ਤਰਨਾ ਆਉਂਦਾ ਹੈ ਨਾ ਉਹੀ ਦੂਸਰੇ ਨੂੰ ਬਚਾ ਸਕਦਾ ਹੈ। ਇਸ ਲਈ ਜਿਹਦਾ ਆਪਣਾ ਜੀਵਨ ਸਹੀ ਹੈ ਉਹੀ ਦੂਜੇ ਦਾ ਜੀਵਨ ਸਹੀ ਕਰ ਸਕਦਾ ਹੈ। ਸੰਗਤ ਦਾ ਬੜਾ ਅਸਰ ਪੈਂਦਾ। ਜਦੋਂ ਮੈਂ ਮਨੋਵਿਗਿਆਨ ਪੜ੍ਹਦਾ ਸੀ ਉਹ 'ਚ ਦੋ ਸ਼ਬਦ ਆਉਂਦੇ ਸਨ, ਹੈਰੈਡਿਟੀ ਅਤੇ ਐਨਵਾਇਰਨਮੈਂਟ। ਹੈਰੈਡਿਟੀ ਹੁੰਦਾ ਹੈ ਜੋ ਤੁਹਾਨੂੰ ਜਨਮ ਤੋਂ ਗੁਣ ਔਗਣ ਮਿਲੇ, ਜਨਮ ਤੋਂ, ਉਹ 20%। 80% ਤੁਹਾਡੀ ਸੰਗਤ ਹੈ। 20% ਦਾ ਤੁਸੀਂ ਪਿਛਲੇ ਜਨਮਾਂ 'ਚ ਜੋ ਕਰਮ ਕੀਤੇ ਉਹਦਾ ਪ੍ਰਭਾਵ ਤੁਹਾਡੇ 'ਤੇ ਹੈਗਾ, ਉਹ ਤਾਂ ਜਨਮ ਤੋਂ ਹੈ। 80% ਅਸੀਂ ਸੰਗਤ ਹਾਂ। ਚੰਗੀ ਸੰਗਤ ਮਿਲ ਗਈ, ਜ਼ਿੰਦਗੀ ਬਣ ਜਾਏਗੀ, ਸੁਧਰ ਜਾਏਗੀ, ਵਧੀਆ ਹੋ ਜਾਏਗੀ। ਪੈੜੀ ਟੱਕਰ ਗਈ, ਬਰਬਾਦ ਹੋ ਜਾਏਗੀ। ਸੋ ਜਿਹੜਾ ਵਾਤਾਵਰਨ ਹੈ, ਜਿਹਨੂੰ ਆਪਾਂ ਸੰਗਤ ਕਹਿੰਦੇ ਹਾਂ, ਉਹਦਾ ਮਨੁੱਖ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਯਾਦ ਰੱਖਿਓ, ਬੰਦੇ ਨੂੰ ਵਿਗਾੜਦਾ ਵੀ ਬੰਦਾ ਹੀ ਹੈ ਅਤੇ ਬੰਦੇ ਨੂੰ ਸੁਧਾਰਦਾ ਵੀ ਬੰਦਾ ਹੀ ਹੈ। ਅਖਬਾਰਾਂ ਨਹੀਂ ਵਿਗਾੜਦੀਆਂ, ਰਸਾਲੇ ਨਹੀਂ ਵਿਗਾੜਦੇ, TV ਨਹੀਂ ਵਿਗਾੜਦਾ। ਇਹਨਾਂ ਦਾ ਰੋਲ ਬਹੁਤ ਘੱਟ ਹੈ। ਬੰਦਾ ਹੀ ਬੰਦੇ ਨੂੰ ਵਿਗਾੜਦਾ ਅਤੇ ਬੰਦਾ ਹੀ ਬੰਦੇ ਨੂੰ ਸੁਧਾਰਦਾ। ਜਿਹੜੇ ਵਿਗੜੇ ਸਨ, ਜਿਹੜੇ ਸੁਧਰ ਗਏ ਨੇ, ਜ਼ਰੂਰ ਕਿਸੇ ਬੰਦੇ ਨੇ ਉਹਨਾਂ ਨੂੰ ਸੁਧਾਰਿਆ, ਅਤੇ ਜਿਹੜੇ ਵਿਗੜ ਗਏ ਨੇ ਉਹਨਾਂ ਨੂੰ ਕਿਸੇ ਵਿਗੜੇ ਹੋਏ ਬੰਦੇ ਨੇ ਹੀ ਵਿਗਾੜਿਆ ਹੈ। ਬੰਦਾ ਬੰਦੇ ਨੂੰ ਸੁਧਾਰਦਾ, ਬੰਦਾ ਹੀ ਬੰਦੇ ਨੂੰ ਵਿਗਾੜਦਾ ਹੈ। ਇਸ ਕਰਕੇ ਸੰਗਤ ਦਾ ਬੜਾ ਖਿਆਲ ਰੱਖਣਾ ਚਾਹੀਦਾ ਹੈ। ਅਗਰ ਕੋਈ ਸੰਗਤ ਮਿਲ ਗਈ, ਜ਼ਿੰਦਗੀ ਬਰਬਾਦ ਹੋ ਜਾਏਗੀ। ਤੁਹਾਡੀ ਇਕੱਲਿਆਂ ਦੀ ਨਹੀਂ ਹੋਏਗੀ, ਤੁਸੀਂ ਸਾਰੇ ਟੱਬਰ ਦੀ ਬਰਬਾਦ ਕਰਕੇ ਰੱਖ ਦੋਗੇ। ਅੱਗੇ ਕਹਿੰਦੇ, ਜਿਉਂ ਸੁਪਨਾ ਅਰ ਪੇਖਨਾ, ਐਸੇ ਜਗ ਕੋ ਜਾਨ, ਇਨਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਪੇਖਣਾ ਜਾਦੂ ਦਾ ਖੇਲ, ਜਾਦੂਗਰ ਦਾ ਤਮਾਸ਼ਾ ਹੁੰਦਾ ਨਾ। ਸਕੂਲਾਂ ਦੇ ਵਿੱਚ ਆਮ ਤੌਰ 'ਤੇ ਜਾਦੂਗਰ ਆ ਜਾ ਕਰਦੇ ਸਨ। ਜੇ ਜਾਦੂ ਦਾ ਖੇਲ ਵਿਖਾਉਣਾ ਜੀ, ਹੈਡ ਮਾਸਟਰ ਪ੍ਰਿੰਸੀਪਲ ਨੇ ਆਗਿਆ ਦੇ ਦੇਣੀ, ਪ੍ਰੇਅਰ ਦੇ ਵਿੱਚ ਹੀ ਆ ਜਾਣਾ ਵੀ ਲਓ ਭਾਈ ਵੇਖ ਲਓ, ਮਨ ਪਰਚਾਵਾ ਹੋ ਜਾਏਗਾ। ਉਦੋਂ ਮਨ ਪਰਚਾਵੇ ਦੇ ਬਹੁਤੇ ਸਾਧਨ ਸਾਡੇ ਛੋਟਿਆਂ ਦੇ ਨਹੀਂ ਸਨ ਹੁੰਦੇ।
ਜਿਵੇਂ ਸੁਪਨਾ ਜਦੋਂ ਆਉਂਦਾ ਰਾਤ ਨੂੰ, ਸੁਪਨਾ ਜਦੋਂ ਆਉਂਦਾ ਤਾਂ ਸੁਪਨਾ ਉਸ ਵੇਲੇ ਸੱਚ ਲੱਗ ਰਿਹਾ ਹੁੰਦਾ ਹੈ। ਜਦੋਂ ਤੁਹਾਨੂੰ ਸੁਪਨਾ ਆ ਰਿਹਾ ਨਾ, ਉਸ ਵੇਲੇ ਉਹ ਸੱਚ ਲੱਗ ਰਿਹਾ ਹੁੰਦਾ ਹੈ। ਤੁਹਾਡੇ ਮਗਰ ਸ਼ੇਰ ਪੈ ਗਿਆ ਹੈ, ਤੁਸੀਂ ਭੱਜੇ ਜਾ ਰਹੇ ਆਪਣੇ ਬਚਾਅ ਲਈ, ਡਰ ਰਹੇ ਹੋ ਕਿਤੇ ਖਾ ਨਾ ਜਾਵੇ। ਅਚਾਨਕ ਤੁਸੀਂ ਡਿੱਗ ਪਏ ਤੇ ਤੁਹਾਡੀ ਜਾਗ ਖੁੱਲ੍ਹ ਗਈ ਤੇ ਤੁਹਾਨੂੰ ਪਤਾ ਲੱਗਿਆ ਨਾ ਮੈਂ ਭੱਜ ਰਿਹਾ ਸੀ, ਨਾ ਮੇਰੇ ਮਗਰ ਕੋਈ ਸ਼ੇਰ ਸੀ, ਇਹ ਤਾਂ ਸੁਪਨਾ ਸੀ। ਪਰ ਉਸ ਵੇਲੇ ਸੱਚ ਲੱਗਦਾ ਹੁੰਦਾ। ਇਸ ਤਰ੍ਹਾਂ ਦੇਖਿਆ ਮੈਂ ਛੋਟੇ ਹੁੰਦਿਆਂ ਆਉਂਦੇ ਰਹਿੰਦੇ ਸਨ ਜਾਦੂਗਰ ਜੇ, ਜਾਦੂ ਦਾ ਤਮਾਸ਼ਾ ਵਿਖਾਉਣਾ ਉਹਨਾਂ ਨੇ, ਉਦੋਂ ਬਿਲਕੁਲ ਸੱਚ ਲੱਗਣਾ, ਬਿਲਕੁਲ ਸੱਚ ਲੱਗਣਾ। ਅਤੇ ਜਦੋਂ ਉਹਦਾ ਤਮਾਸ਼ਾ ਖਤਮ ਹੋਇਆ ਉਹਨਾਂ ਨੇ ਕਹਿਣਾ ਇਸ 'ਚ ਕੁਝ ਵੀ ਸੱਚ ਨਹੀਂ ਭਾਈ, ਇਹ ਤਾਂ ਜਿਹੜਾ ਹੱਥ ਦੀ ਸਾਡੀ ਸਫਾਈ ਹੈ, ਸਾਡੇ ਕੋਲ ਕੋਈ ਜਾਦੂ ਨਹੀਂ ਹੈਗਾ। ਕਿਤੇ ਕਹੋ ਵੀ ਸਾਡੇ ਕੋਲ ਕੋਈ ਜਾਦੂ ਹੈ, ਸਾਡੇ ਕੋਲ ਕੋਈ ਜਾਦੂ ਨਹੀਂ, ਇਹ ਤਾਂ ਸਿਰਫ ਹੱਥ ਦੀ ਸਫਾਈ ਹੈ। ਪਰ ਉਸ ਵੇਲੇ ਸਾਨੂੰ ਉਹ ਸੱਚ ਲੱਗਦਾ ਸੀ। ਸੁਪਨਾ ਟੁੱਟਦਾ ਹੈ, ਸੁਪਨੇ ਦਾ ਸੱਚ ਪਤਾ ਲੱਗਦਾ ਤਾਂ ਝੂਠ ਸੀ। ਤਮਾਸ਼ਾ ਖਤਮ ਹੁੰਦਾ ਹੈ, ਫਿਰ ਪਤਾ ਲੱਗਦਾ ਉਹ ਇਹ ਤਾਂ ਝੂਠ ਸੀ। ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਮ। ਜਿਵੇਂ ਸੁਪਨਾ ਵੀ ਝੂਠਾ, ਜਾਦੂ ਦਾ ਤਮਾਸ਼ਾ ਵੀ ਝੂਠਾ, ਅਤੇ ਇਹ ਸੰਸਾਰ ਵੀ ਝੂਠਾ। ਇਹ ਤਿੰਨਾਂ 'ਚ ਕੁਝ ਵੀ ਸੱਚ ਨਹੀਂ ਹੈ, ਕੁਝ ਵੀ ਸੱਚ ਨਹੀਂ। ਇਹ 'ਚ ਰਾਜਾ ਜਨਕ ਹੋਏ ਨੇ ਬ੍ਰਹਮ ਗਿਆਨੀ, ਉਦੋਂ ਬ੍ਰਹਮ ਗਿਆਨੀ ਨਹੀਂ ਸਨ, ਰਾਜੇ ਜ਼ਰੂਰ ਸਨ। ਉਹਨੂੰ ਰਾਤ ਨੂੰ ਸੁਪਨਾ ਆਇਆ, ਸੁਪਨੇ 'ਚੋਂ ਭਿਖਾਰੀ ਹੋ ਗਿਆ ਹੈ, ਦਰ ਦਰ ਮੰਗਦਾ ਫਿਰਦਾ ਹੈ। ਕੋਈ ਭਿੱਖਿਆ ਪਾਉਂਦਾ, ਕੋਈ ਨਹੀਂ ਪਾਉਂਦਾ, ਕੋਈ ਦੁਰਕਾਰ ਦਿੰਦਾ ਹੈ। ਬੜਾ ਲੰਮਾ ਸੁਪਨਾ ਆਇਆ। ਸੁਪਨੇ 'ਚ ਉਹਨੇ ਬੜੀ ਗਰੀਬੀ ਭੋਗੀ, ਬੜਾ ਦੁੱਖ ਭੋਗਿਆ, ਅਤੇ ਕੁਝ ਸਮੇਂ ਬਾਅਦ ਸੁਪਨਾ ਟੁੱਟ ਗਿਆ। ਅਤੇ ਜੇ ਜਾਗਿਆ ਤਾਂ ਪਤਾ ਲੱਗਾ ਮੈਂ ਤਾਂ ਰਾਜਾ ਹਾਂ, ਇਹ ਤਾਂ ਸੁਪਨਾ ਸੀ। ਪਰ ਕਈ ਸੁਪਨੇ ਮੈਂ ਦੇਖਿਆ ਜਾਗਣ ਤੋਂ ਬਾਅਦ ਵੀ ਬਹੁਤ ਸਮਾਂ ਯਾਦ ਰਹਿੰਦੇ ਨੇ। ਕਈ ਸੁਪਨਿਆਂ ਸਿਰਫ ਇੰਨਾ ਪਤਾ ਲੱਗਦਾ ਕਿ ਰਾਤੀ ਸੁਪਨਾ ਆਇਆ ਸੀ, ਸਵੇਰ ਜਾਗਣ ਤੱਕ ਯਾਦ ਨਹੀਂ ਰਹਿੰਦਾ ਕੀ ਆਇਆ ਸੀ। ਕੁਝ ਸੁਪਨੇ ਨੇ ਕੁਝ ਸਮੇਂ ਤੱਕ ਯਾਦ ਰਹਿੰਦੇ ਜਾਗਣ ਤੋਂ ਬਾਅਦ ਵੀ, ਅਤੇ ਕਈ ਸੁਪਨੇ ਨੇ ਕਿੰਨੇ ਕਿੰਨੇ ਦਿਨ ਭੁੱਲਦੇ ਹੀ ਨਹੀਂ, ਐਸੇ ਆਉਂਦੇ ਨੇ। ਰਾਜੇ ਨੂੰ ਸੁਪਨਾ ਭੁੱਲ ਨਹੀਂ ਰਿਹਾ। ਉਹਨੇ ਐਲਾਨ ਕਰ ਦਿੱਤਾ ਹੈ ਕਿ ਮੈਂ ਵਿਦਵਾਨਾਂ ਤੋਂ ਇੱਕ ਪ੍ਰਸ਼ਨ ਪੁੱਛਣਾ, ਜਿਹੜਾ ਮੇਰੇ ਪ੍ਰਸ਼ਨ ਦਾ ਉੱਤਰ ਦੇਵੇਗਾ ਉਹਨੂੰ ਮੈਂ ਬਹੁਤ ਇਨਾਮ ਦੇਵਾਂਗਾ। ਜਿੰਨੇ ਵਿਦਵਾਨ ਪੰਡਿਤ ਸਨ ਵਾਰੀ ਵਾਰੀ ਆਉਣ ਲੱਗ ਪਏ। ਜਿਹੜਾ ਆਵੇ ਰਾਜਾ ਨੂੰ ਪੁੱਛੇ ਇਹ ਸੱਚਾ ਕਿ ਉਹ ਸੱਚਾ। ਹੁਣ ਇਹ ਤਾਂ ਕਿਸੇ ਵੀ ਗ੍ਰੰਥ 'ਚ ਨਹੀਂ ਸੀ ਲਿਖਿਆ ਹੋਇਆ, ਜਿੰਨੇ ਗ੍ਰੰਥ ਪੜ੍ਹੇ ਸੀ ਉਹਨਾਂ ਨੇ। ਜਵਾਬ ਨਾ ਆਵੇ, ਰਾਜਾ ਕਹਿੰਦਾ ਜਿੰਨਾ ਚਿਰ ਤੁਸੀਂ ਮੇਰਾ ਉੱਤਰ ਨਹੀਂ ਦਿੰਦੇ ਤੁਸੀਂ ਘਰ ਨਹੀਂ ਜਾ ਸਕਦੇ, ਇੱਥੇ ਰਹੋ, ਤੁਹਾਨੂੰ ਇੱਥੇ ਹੀ ਰਹਿਣਾ ਪਏਗਾ, ਰੋਟੀ ਪਾਣੀ ਤੁਹਾਨੂੰ ਮਿਲੇਗਾ, ਘਰ ਨਹੀਂ ਜਾ ਸਕਦੇ। ਹੋਰ ਆ ਗਿਆ, ਹਾਂ ਬੋਲੋ ਮਹਾਰਾਜ ਜੀ ਕੀ ਪ੍ਰਸ਼ਨ ਹੈ। ਰਾਜਾ ਕਹਿੰਦਾ ਇਹ ਸੱਚਾ ਕਿ ਉਹ ਸੱਚਾ। ਉਹਨੂੰ ਵੀ ਕੋਈ ਜਵਾਬ ਨਹੀਂ ਆਉਂਦਾ। 80 ਕੁ ਵਿਦਵਾਨ ਉਹਨੇ ਡੱਕ ਲੈਣ ਅੰਦਰ। ਇੱਕ ਲੜਕਾ ਜਿਹੜਾ ਵਿੰਗ ਤੜਿੰਗਾ ਸੀ, ਜਿਹਦੇ ਸਰੀਰ ਦੇ ਵਿੱਚ 8 ਵਲ ਪੈਂਦੇ ਸਨ। 8 ਨੂੰ ਹਿੰਦੀ 'ਚ ਕਹਿੰਦੇ ਅਸ਼ਟ। ਜਿਹੜੇ ਵਿੰਗ ਹੁੰਦੇ ਨੇ ਵਲ, ਵਿੰਗ ਉਹਨੂੰ ਕਹਿੰਦੇ ਵਕਰ, ਹਿੰਦੀ 'ਚ ਵਕਰ, ਜਿਹਨੂੰ ਇੰਗਲਿਸ਼ ਕਹਿੰਦੇ ਨੇ ਕਰਵ। ਉਹ ਐਂ ਦੀ ਹੁੰਦੀ ਹੈ ਨਾ ਕਰਵ, ਵਿੰਗੀ ਹੁੰਦੇ। 8 ਵਾਲ ਉਹਦੇ ਪੈਂਦੇ ਸਨ ਸਰੀਰ 'ਚ,
ਉਹਦਾ ਨਾਂ ਹੀ ਲੋਕਾਂ ਰੱਖ ਲਿਆ ਅਸ਼ਟਾਵਕਰ। ਅਸਲੀ ਨਾਮ ਉਹਦਾ ਕੀ ਸੀ ਅੱਲਾ ਜਾਣੇ, ਪਰ ਉਹ ਅਸ਼ਟਾਵਕਰ ਹੀ ਸਾਰੇ ਉਹਨੂੰ ਕਹਿੰਦੇ ਸੀ। ਉਹ ਇੱਕ ਦਿਨ ਜਦੋਂ 10 ਸਾਲਾਂ ਦਾ ਹੋਇਆ, ਇੱਕ ਦਿਨ ਮਾਂ ਨੂੰ ਪੁੱਛਦੇ, ਮਾਂ ਮੇਰੇ ਪਿਤਾ ਜੀ ਜਿਉਂਦੇ ਨੇ? ਮੈਂ ਤਾਂ ਕਦੇ ਵੇਖੇ ਨਹੀਂ। ਕਹਿੰਦੇ, ਹਾਂ ਪੁੱਤਰ ਉਹ ਜਿਉਂਦੇ ਨੇ, ਪਰ ਰਾਜੇ ਨੇ ਉਹਨੂੰ ਕਈ ਸਾਲਾਂ ਦਾ ਕੈਦ ਕਰ ਰੱਖਿਆ ਹੈ। ਕਹਿੰਦੇ, ਕਿਉਂ ਕੈਦ ਕੀਤਾ? ਕਹਿੰਦੇ, ਰਾਜਾ ਕਹਿੰਦਾ ਮੇਰੇ ਇੱਕ ਪ੍ਰਸ਼ਨ ਦਾ ਉੱਤਰ ਦਿਓ, ਮੈਂ ਤਾਂ ਤੁਹਾਨੂੰ ਛੱਡਾਂਗਾ। ਤੇ ਉਹ ਪ੍ਰਸ਼ਨ ਇੱਕੋ ਹੀ ਪੁੱਛਦਾ, ਇਹ ਸੱਚਾ ਕਿ ਉਹ ਸੱਚਾ? ਕਹਿੰਦਾ, ਮਾਤਾ ਜੀ ਇਹ ਵੀ ਕੋਈ ਗੱਲ ਹੈ? ਮੈਂ ਜਾਣਾ, ਮੈਂ ਉਹਦੇ ਉੱਤਰ ਦਿੰਦਾ, ਮੈਂ ਆਪਣੇ ਬਾਪ ਨੂੰ ਛਡਾ ਕੇ ਲਿਆਉਣਾ। ਚਲੇ ਗਏ ਜੀ। ਜਿਹੜਾ ਗੇਟ ਕੀਪਰ ਸੀ ਉਹਨੂੰ ਕਹਿੰਦਾ, ਮੈਂ ਰਾਜੇ ਨੂੰ ਮਿਲਣਾ, ਮੈਂ ਉਹਦੇ ਪ੍ਰਸ਼ਨ ਦਾ ਉੱਤਰ ਦੇਣਾ। ਉਹਨੇ ਵੇਖਿਆ ਵਿੰਗ ਚੜਿੰਗਾ ਜਿਹਾ ਕਰਦਾ ਕਿ ਇੱਥੇ ਵੱਡੇ ਵੱਡੇ ਵਿਦਵਾਨ ਬੈਠੇ ਅੰਦਰ ਹਨ ਜੀ, ਪਰ ਰਾਜੇ ਨੇ ਕਿਹਾ ਸੀ ਜਿਹੜਾ ਵੀ ਕੋਈ ਆਵੇ ਉਹਨੂੰ ਆਉਣ ਦੇਣਾ। ਉਹ ਰਾਜੇ ਕੋਲੇ ਲੈ ਗਿਆ ਉਸ ਨੂੰ, ਕਹਿੰਦਾ ਜੀ ਆਹ ਲੜਕਾ ਕਹਿੰਦਾ ਮੈਂ ਤੁਹਾਡੇ ਪ੍ਰਸ਼ਨ ਦਾ ਉੱਤਰ ਦੇਣਾ। ਜਿਹੜੇ ਪੰਡਤ ਬੈਠੇ ਵਿਦਵਾਨ ਬੈਠੇ ਸਨ ਉਹ ਹੱਸਣ ਲੱਗ ਪਏ ਵੀ ਇਹ ਉੱਤਰ ਦੇਗਾ। ਉਹ ਹੱਸਣ ਲੱਗ ਗਏ। ਅੱਗੋਂ ਮੁੰਡਾ ਕਹਿੰਦਾ ਐਂ ਲੱਗ ਗਿਆ ਕਰਨ। ਪੰਡਤ ਕਹਿੰਦੇ, ਦੇਖੋ ਜੀ ਰਾਜਨ, ਇਹ ਸਾਡੇ 'ਤੇ ਹੱਸਦਾ ਹੈ। ਕਹਿੰਦੇ, ਰਾਜਨ ਇਹ ਸਾਰੇ ਚਮਿਆਰ ਬੈਠੇ ਨੇ, ਇਹ ਪੰਡਤ ਨਹੀਂ ਹੈਗੇ, ਐਵੇਂ ਭੁਲੇਖਾ ਇਹਨਾਂ ਨੂੰ ਪੰਡਤ, ਇਹ ਤਾਂ ਸਾਰੇ ਚਮਿਆਰ ਨੇ। ਇਹਨਾਂ ਮੇਰਾ ਚੰਮ ਵੇਖਿਆ। ਚਮਿਆਰ ਨੂੰ ਚੰਮ ਦਾ ਗਿਆਨ ਹੁੰਦਾ ਨਾ, ਪਰਖ ਹੁੰਦੀ ਹੈ ਨਾ। ਇਹ ਚਮਿਆਰ ਨੇ, ਇਹਨਾਂ ਮੇਰਾ ਸਿਰਫ ਚੰਮ ਵੇਖਿਆ, ਢਿੱਲੇ ਜਿਹੇ ਹੋ ਗਏ ਸਾਰੇ। ਤੇ ਰਾਜੇ ਨੇ ਵੀ ਕਿਹਾ, ਯਾਰ ਗੱਲ ਤੇ ਮੁੰਡੇ 'ਚ ਕੋਈ ਲੱਗਦੀ ਹੈ, ਇਹਨੇ ਚੰਗੀ ਇਹਨਾਂ ਦੀ ਲਾਹ ਪਾਹ ਕੀਤੀ ਹੈ। ਰਾਜੇ ਨੇ ਸਤਿਕਾਰ ਵਜੋਂ ਚੌਂਕੀ 'ਤੇ ਬਿਠਾਇਆ ਵੀ ਮੇਰੇ ਪ੍ਰਸ਼ਨ ਦਾ ਉੱਤਰ ਦੇਣ। ਕਹਿੰਦੇ, ਕਾਕਾ ਇੱਥੇ ਬੈਠ। ਅਸ਼ਟਾਵਕਰ ਕਹਿੰਦਾ, ਰਾਜਨ ਦੱਸੋ ਕੀ ਤੁਹਾਡਾ ਪ੍ਰਸ਼ਨ ਹੈ? ਕਹਿੰਦੇ, ਕਾਕਾ ਇਹ ਸੱਚਾ ਕਿ ਉਹ ਸੱਚਾ? ਕਹਿੰਦੇ, ਰਾਜਨ ਦੋਨੋਂ ਹੀ ਝੂਠੇ। ਪਰ ਕਹਿੰਦੇ, ਰਾਜਨ ਇਹਨਾਂ ਚਮਿਆਰਾਂ ਨੂੰ ਸਮਝ ਨਹੀਂ ਆਉਣਾ ਵੀ ਮੈਂ ਕੀ ਕਿਹਾ। ਕਹਿੰਦੇ, ਇਹਨਾਂ ਨੂੰ ਵੀ ਪਤਾ ਲੱਗ ਜਾਣਾ ਚਾਹੀਦਾ। ਕਹਿੰਦੇ, ਤੁਹਾਨੂੰ ਕੁਝ ਦਿਨ ਪਹਿਲਾਂ ਇੱਕ ਬੜਾ ਭਿਆਨਕ ਸੁਪਨਾ ਆਇਆ ਸੀ, ਤੁਸੀਂ ਉਸ ਸੁਪਨੇ 'ਚ ਭਿਖਾਰੀ ਬਣ ਗਏ ਸੀ। ਭਿਖਾਰੀ ਪੁਣੇ ਕਾਰਨ ਤੁਸੀਂ ਬਹੁਤ ਦੁਖੀ ਰਹੇ, ਬੜਾ ਦੁੱਖ ਭੋਗਿਆ ਤੁਸੀਂ। ਜਦ ਤੁਹਾਡਾ ਸੁਪਨਾ ਟੁੱਟਾ ਤਾਂ ਤੁਹਾਨੂੰ ਸਮਝ ਨਹੀਂ ਸੀ ਆ ਰਹੀ ਕਿ ਜਿਹੜਾ ਮੈਨੂੰ ਸੁਪਨਾ ਆਇਆ, ਸੁਪਨੇ ਭਿਖਾਰੀ ਜਿਹੜਾ ਬਣੇ, ਇਹ ਸੱਚਾ ਹੈ ਕਿ ਜਿਹੜਾ ਮੈਂ ਰਾਜਾ ਇਸ ਵੇਲੇ ਹਾਂ ਇਹ ਸੱਚਾ ਹੈ? ਤੁਹਾਡਾ ਆਹੀ ਪ੍ਰਸ਼ਨ ਹੈ ਕਿ ਜਿਹੜਾ ਮੈਨੂੰ ਸੁਪਨਾ ਆਇਆ ਉਹ ਸੱਚਾ ਕਿ ਜਿਹੜਾ ਮੈਂ ਰਾਜਾ ਹਾਂ ਇਹ ਸੱਚਾ? ਕਹਿੰਦਾ, ਹਾਂ ਇਹੀ ਗੱਲ ਹੈ। ਕਹਿੰਦੇ, ਰਾਜਨ ਦੋਨੋਂ ਹੀ ਝੂਠੇ, ਸੁਪਨਾ ਵੀ ਝੂਠਾ, ਤੇਰਾ ਰਾਜ ਵੀ ਝੂਠਾ। ਇਹ ਕਿਹੜਾ ਸਦਾ ਰਹਿਣਾ? ਨਾ ਤੂੰ ਸਦਾ ਰਹਿਣਾ, ਨਾ ਤੇਰਾ ਰਾਜ ਸਦਾ ਰਹਿਣਾ। ਜੇ ਕੋਈ ਤੇਰੇ ਤੋਂ ਤਗੜੇ ਰਾਜ ਨੇ ਤੇਰੇ 'ਤੇ ਹਮਲਾ ਕਰਤਾ, ਤੇਰੇ 'ਤੇ ਵੀ ਰਾਜ ਖੋਹ ਲੈਣਾ। ਇਹ ਦੋਨੋਂ ਹੀ ਝੂਠੇ, ਇਹ ਦੋਨੋਂ ਝੂਠੇ। ਤਾਂ ਗੁਰੂ ਮਹਾਰਾਜ ਕਹਿੰਦੇ, ਜਿਉਂ ਸੁਪਨਾ ਰਪੇਖਣਾ, ਇਹ ਵੀ ਦੋਨੋਂ ਝੂਠੇ ਨੇ। ਸੁਪਨਾ ਵੀ ਝੂਠਾ, ਜਾਦੂ ਦਾ ਤਮਾਸ਼ਾ, ਜਾਦੂਗਰ ਦਾ ਤਮਾਸ਼ਾ ਵੀ ਝੂਠਾ। ਕਹਿੰਦੇ, ਇਸ ਤਰ੍ਹਾਂ ਇਹ ਸੰਸਾਰ ਵੀ ਝੂਠਾ, ਇਹ ਸੰਸਾਰ ਵੀ ਝੂਠਾ। ਜੋ ਤੁਹਾਨੂੰ ਦਿਸ ਰਿਹਾ ਇਹ ਸੱਚ ਨਹੀਂ ਹੈ, ਇਹ ਸੱਚ ਨਹੀਂ। ਜੇ ਸੰਸਾਰ ਸੱਚ ਹੁੰਦਾ ਦਸਮ ਪਾਤਸ਼ਾਹ ਕਦੇ ਨਾ ਕਹਿੰਦੇ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਤੇ ਸੰਸਾਰ ਦਾ ਤਮਾਸ਼ਾ ਵੇਖਣ ਆਇਆ, ਇਸ ਲਈ ਉਹਨਾਂ ਤਾਂ ਤਮਾਸ਼ਾ ਵੇਖਿਆ। ਉਹ ਇਸ ਤਮਾਸ਼ੇ ਦਾ ਇੱਕ ਹਿੱਸਾ ਨਹੀਂ ਬਣੇ। ਜੇ ਕਿਤੇ ਹਿੱਸਾ ਬਣ ਜਾਂਦੇ ਫਿਰ ਉਹਨਾਂ ਨੇ ਦੁੱਖ ਵੀ ਮਹਿਸੂਸ ਕਰਨਾ ਸੀ, ਸੁੱਖ ਵੀ ਕਰਨਾ ਸੀ।
ਉਹ ਤਾਂ ਤਮਾਸ਼ਾ ਸੀ। ਕਹਿੰਦੇ ਤੇ ਮੈਂ ਤਾਂ ਤਮਾਸ਼ਾ ਵੇਖ ਰਿਹਾ ਵੀ ਕੀ ਹੋ ਰਿਹਾ, ਕਿਵੇਂ ਲੋਕ ਲੜ ਰਹੇ ਨੇ, ਕਿਵੇਂ ਆਪ ਪਿਆਰ ਕਰ ਰਹੇ ਨੇ, ਤਮਾਸ਼ਾ। ਰਾਜਾ ਜਨਕ ਨੇ ਸੋਚਿਆ ਇਹ ਮੁੰਡਾ ਬਹੁਤ ਯੋਗ ਹੈ, ਕਿਉਂ ਨਾ ਮੈਨੂੰ ਗੁਰੂ ਧਾਰਨ ਕਰ ਲਾਂ। ਕਹਿੰਦੇ ਕਾਕਾ ਮੈਂ ਤੈਨੂੰ ਗੁਰੂ ਧਾਰਨ ਕਰਨਾ। ਕਹਿੰਦੇ ਕਰ ਲਓ ਜੀ, ਪਰ ਮੇਰੀ ਇੱਕ ਸ਼ਰਤ ਹੈ, ਮੈਂ ਗੁਰੂ ਦਕਸ਼ਣਾ ਪਹਿਲਾਂ ਲੈਣੀ ਹੈ। ਤੁਸੀਂ ਮੈਨੂੰ ਗੁਰੂ ਧਾਰਨ ਕਰਨ, ਗੁਰੂ ਧਾਰਨ ਕਰਨ ਤੋਂ ਬਾਅਦ ਫਿਰ ਗੁਰੂ ਦਕਸ਼ਣਾ ਦਿੰਦੇ ਨੇ, ਮੈਂ ਗੁਰੂ ਦਕਸ਼ਣਾ ਪਹਿਲਾਂ ਲੈਣੀ। ਉਹਨੇ ਸੋਚਿਆ ਪੈਸੇ ਪੂਸੇ ਮੰਗੇਗਾ। ਕਹਿੰਦੇ ਭਾਈ ਤੁਸੀਂ ਪਹਿਲਾਂ ਲੈ ਲਓ। ਕਹਿੰਦੇ ਦੇਖੋ ਰਾਜਨ, ਬੰਦੇ ਕੋਲੇ 3 ਚੀਜ਼ਾਂ ਹੁੰਦੀਆਂ, ਇੱਕ ਤਨ ਹੁੰਦਾ, ਇੱਕ ਮਨ ਹੁੰਦਾ, ਇੱਕ ਧਨ ਹੁੰਦਾ। ਮੈਨੂੰ ਤਿੰਨੋਂ ਨਹੀਂ ਚਾਹੀਦੀਆਂ, ਮੈਨੂੰ ਤਿੰਨਾਂ 'ਚੋਂ ਇੱਕ ਚੀਜ਼ ਚਾਹੀਦੀ। ਬੋਲੋ ਕੀ ਦਿੰਦੇ ਹੋ, ਤਨ ਦਿੰਦੇ ਹੋ ਕਿ ਧਨ ਦਿੰਦੇ ਹੋ ਕਿ ਮਨ ਦਿੰਦੇ ਹੋ? ਪਰ ਕਹਿੰਦੇ ਇਹ ਫੈਸਲਾ ਕਰਨ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਸਲਾਹ ਕਰ ਲਓ, ਪਰਿਵਾਰ ਨਾਲ ਸਲਾਹ ਕਰ ਲਓ, ਉਹ ਤਿੰਨਾਂ 'ਚੋਂ ਜਿਹੜੀ ਗੱਲ ਕਹਿਣਗੇ ਤੁਸੀਂ ਮੈਨੂੰ ਉਹ ਦੇ ਦੇਣੀ। ਜਿਹੜੇ ਰਾਣੀਆਂ ਇਕੱਠੀਆਂ ਕਰ ਲਏ, ਬੱਚੇ ਇਕੱਠੇ ਕਰ ਲਏ। ਕਹਿੰਦੇ ਵੀ ਮੈਂ ਗੁਰੂ ਧਾਰਨ ਕਰਨਾ ਅਤੇ ਗੁਰੂ ਦੀ ਸ਼ਰਤ ਹੈ ਕਿ ਮੈਨੂੰ ਤਿੰਨਾਂ ਚੀਜ਼ਾਂ 'ਚੋਂ ਇੱਕ ਚੀਜ਼ ਚਾਹੀਦੀ ਹੈ, ਜਾਂ ਤਨ ਦੇ ਦਿਓ, ਜਾਂ ਧਨ ਦੇ ਦਿਓ, ਜਾਂ ਮਨ ਦੇ ਦਿਓ। ਰਾਣੀਆਂ ਕਹਿੰਦੀਆਂ ਜੇ ਤੁਸੀਂ ਤਨ ਦੇਤਾ ਫਿਰ ਅਸੀਂ ਕੀ ਕਰਾਂਗੇ, ਅਸੀਂ ਕੀ ਕਰਾਂਗੇ? ਜੇ ਤੁਸੀਂ ਧਨ ਦੇਤਾ ਤੇ ਆਪਾਂ ਖਾਵਾਂਗੇ ਕੀ, ਭੁੱਖੇ ਮਰ ਜਾਵਾਂਗੇ। ਤੁਸੀਂ ਐਂ ਕਰੋ ਮਨ ਦੇ ਦਿਓ। ਜੱਚ ਗਿਆ ਸਾਰਿਆਂ ਨੂੰ। ਰਾਜਾ ਕੇ ਸਭਾ ਉਸ ਤਰ੍ਹਾਂ ਲੱਗੀ ਹੋਈ ਹੈ। ਰਾਜਾ ਕਹਿੰਦਾ ਮੈਂ ਆਪਣਾ ਮਨ ਦਿੱਤਾ। ਕਹਿੰਦੇ ਪਾਣੀ ਦੀ ਚੁਲੀ ਭਰੋ ਤੇ ਧਰਤੀ 'ਤੇ ਮਾਰੋ, ਮੈਂ ਆਪਣਾ ਮਨ ਦਿੱਤਾ। ਇਹ ਪ੍ਰਤਿੱਗਿਆ ਹੁੰਦੀ ਹੈ। ਉਹਨੇ ਪਾਣੀ ਲਿਆ, ਇਸ ਤਰ੍ਹਾਂ ਧਰਤੀ 'ਤੇ ਮਾਰਿਆ। ਕਹਿੰਦੇ ਮੈਂ ਆਪਣਾ ਮਨ ਤੁਹਾਨੂੰ ਦਿੱਤਾ, ਪਰ ਮੇਰੀ ਕਹਿੰਦੇ ਇੱਕ ਸ਼ਰਤ ਹੈ ਨਾਲ। ਰਾਜਾ ਕਹਿੰਦਾ ਬੋਲੋ। ਕਹਿੰਦਾ ਮੈਂ ਘੋੜੇ ਦੀ ਰਕਾਬ ਦੇ ਵਿੱਚ ਇੱਕ ਪੈਰ ਰੱਖਾਂਗਾ, ਘੋੜੇ 'ਤੇ ਚੜ੍ਹਨ ਤੱਕ ਤੁਸੀਂ ਮੈਨੂੰ ਗਿਆਨ ਕਰਾਉਣਾ ਹੋਏਗਾ, ਬ੍ਰਹਮ ਗਿਆਨ। ਕਹਿੰਦਾ ਕਰਾ ਦਿਆਂਗਾ। ਮੰਗਾਓ ਘੋੜਾ। ਘੋੜਾ ਮੰਗਾ ਲਿਆ। ਰਾਜੇ ਨੇ ਪੈਰ ਰੱਖ ਰਕਾਬ 'ਚ। ਇੱਕ ਪੈਰ ਰਕਾਬ ਦੇ ਵਿੱਚ ਹੈ। ਤੁਸੀਂ ਕਹੋ ਹੋ ਸਕਦਾ ਬੱਚਿਆਂ ਨੂੰ ਨਾ ਪਤਾ ਹੋਵੇ, ਘੋੜੇ ਦੇ ਕਾਠੀ ਦੇ ਨਾਲ ਨਾ 2 ਹੈਂਡਲ ਜਿਹੇ ਲਟਕ ਰਹੇ ਹੁੰਦੇ ਨੇ, ਵੀ ਜਿਹਨੇ ਘੋੜੇ 'ਤੇ ਬਹਿਣਾ, ਮੇਰੇ ਵਰਗੇ ਅਣਜਾਣ ਨੇ, ਡਿੱਗ ਡੁੱਗ ਨਾ ਪਵੇ, ਉਹ ਜਿਹੜੇ ਹੈਂਡਲ ਜੇਠਾਂ ਲੱਗੇ ਉਹਨਾਂ 'ਚ ਪੈਰ ਰੱਖ ਲੈਂਦਾ ਵੀ ਸੌਖਾ ਰਹੇ। ਉਹਨੂੰ ਕਹਿੰਦੇ ਰਕਾਬ। ਕਹਿੰਦੇ ਜੀ ਪੈਰ ਰੱਖ ਲਓ ਰਕਾਬ 'ਚ। ਰਾਜ ਨੇ ਇੱਕ ਪੈਰ ਰਕਾਬ 'ਚ ਰੱਖ ਲਿਆ, ਦੂਜਾ ਧਰਤੀ 'ਤੇ ਹੈ। ਅਸ਼ਟਾਵਕਰ ਕੁਛ ਨਹੀਂ ਬੋਲ ਰਿਹਾ। ਰਾਜਾ ਕਿੰਨੀ ਦੇਰ ਖੜਾ ਰਿਹਾ। ਕਹਿੰਦਾ ਜੀ ਮੈਂ ਘੋੜੇ 'ਤੇ ਚੜ੍ਹ ਜਾ। ਕਿ ਤੁਹਾਨੂੰ ਕਿਹਨੇ ਕਿਹਾ? ਅਸ਼ਟਾਵਕਰ ਕਹਿੰਦਾ ਤੁਹਾਨੂੰ ਕਿਹਨੇ ਕਿਹਾ? ਕਹਿੰਦਾ ਮੇਰਾ ਮਨ ਕਹਿੰਦਾ। ਕਹਿੰਦੇ ਮਨ 'ਤੇ ਤੁਸੀਂ ਮੈਨੂੰ ਦੇਤੇ, ਮਨ 'ਤੇ ਤੁਸੀਂ ਮੈਨੂੰ ਦੇਤੇ। ਅਤੇ ਜਿਉਂ ਹੀ ਰਾਜੇ ਨੇ ਸੱਚੀ ਮਨ ਦਿੱਤਾ ਨਾ, ਉੱਥੇ ਸਮਾਧੀ ਲੱਗ ਗਈ। ਘੋੜੇ 'ਤੇ ਚੜ੍ਹਨ ਦੀ ਲੋੜ ਹੀ ਨਹੀਂ ਪਈ, ਉੱਥੇ ਸਮਾਧੀ ਲੱਗ ਗਈ, ਉੱਥੇ ਗਿਆਨ ਹੋ ਗਿਆ। ਇਹ ਮਨ ਹੀ ਤਾਂ ਸਭ ਤੋਂ ਵੱਡੀ ਰੁਕਾਵਟ ਹੈ ਵਿੱਚ। ਇਹੀ ਨਹੀਂ ਗਿਆਨ ਹੋਣ ਦਿੰਦਾ। ਗੁਰਬਾਣੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ। ਸਿੱਖ ਨੂੰ ਤਾਂ ਤਿੰਨੋਂ ਹੀ ਕਿਹਾ। ਹੁਣ ਤਾਂ ਇੱਕੋ ਹੀ ਮੰਗਿਆ ਸੀ, ਹੁਣ ਤਾਂ ਇੱਕੋ ਹੀ ਮੰਗਿਆ ਸੀ। ਗੁਰਬਾਣੀ 'ਚ ਲਿਖਿਆ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ। ਪਰ ਉਹਨੇ ਤਾਂ ਇਕੱਲਾ ਮਨ ਹੀ ਮੰਗਿਆ। ਮਨ ਹੀ ਬਹੁਤ ਹੈ। ਇਸ ਲਈ ਇਹ ਸੰਸਾਰ ਵੀ ਸੁਪਨਾ, ਜਾਦੂ ਦਾ ਤਮਾਸ਼ਾ ਵੀ ਸੁਪਨਾ, ਅਤੇ ਸੁਪਨਾ ਵੀ ਸੁਪਨਾ। ਇਹ ਤਿੰਨੋਂ ਹੀ ਝੂਠੇ, ਇਹ ਤਿੰਨੋਂ ਹੀ ਝੂਠੇ। ਨਾ ਸੁਪਨੇ ਨੇ ਸਦਾ ਰਹਿਣਾ। ਸੁਪਨੇ ਜੋ ਦਿਸਿਆ ਉਹ ਖਤਮ, ਸੁਪਨਾ ਖਤਮ ਹੁੰਦੇ ਖਤਮ।
ਮੈਨੂੰ 78 ਸਾਲ ਹੋ ਗਏ ਸੁਪਨੇ 'ਚ ਲੰਘਦਿਆਂ ਹੋਏ, ਕਿਸੇ ਨੂੰ 60 ਸਾਲ ਹੋ ਗਏ, ਕਿਸੇ ਨੂੰ 50 ਸਾਲ ਹੋ ਗਏ। ਆਪਾਂ ਸੁਪਨੇ ਦੇ ਵਿੱਚ ਹੀ ਜੰਮੇ, ਸੁਪਨੇ 'ਚ ਹੀ ਪੜ੍ਹੇ, ਸੁਪਨੇ 'ਚ ਹੀ ਮੈਂ 37 ਸਾਲ ਨੌਕਰੀ ਕੀਤੀ, ਸੁਪਨੇ 'ਚ ਹੀ ਮੈਂ ਕਥਾ ਕਰ ਰਿਹਾ, ਸੁਪਨੇ 'ਚ ਤੁਸੀਂ ਸੁਣ ਰਹੇ ਹੋ। ਇਹ ਮੇਰਾ ਤੁਹਾਡਾ ਸੁਪਨਾ ਕਿੱਦਾਂ ਟੁੱਟੇਗਾ? ਜਿੱਦਾਂ ਡੈਥ ਹੋ ਜਾਏਗੀ। ਮੌਤ ਦਾ ਮਤਲਬ ਹੈ ਤੁਹਾਡਾ ਸੁਪਨਾ ਅੱਜ ਟੁੱਟ ਗਿਆ ਹੈ, ਅਤੇ ਜਿਉਂ ਹੀ ਤੁਹਾਡਾ ਸੁਪਨਾ ਟੁੱਟੇਗਾ ਅਤੇ ਤੁਸੀਂ ਜਾਗੋਗੇ ਨਾ, ਅਤੇ ਫਿਰ ਤੁਹਾਨੂੰ ਗਿਆਨ ਹੈਗਾ, ਓਹੋ ਮੈਂ 78 ਸਾਲ ਸੁਪਨੇ ਹੀ ਵੇਖਦਾ ਰਿਹਾ। ਜਾਂ ਤਾਂ ਉਦੋਂ ਗਿਆਨ ਹੁੰਦਾ ਹੈ, ਅਤੇ ਜਾਂ ਫਿਰ ਜਦੋਂ ਬ੍ਰਹਮ ਗਿਆਨ ਹੁੰਦਾ ਉਦੋਂ ਪਤਾ ਲੱਗਦਾ। ਜਿੱਦੇ ਸਾਡੇ 'ਚ ਕੋਈ ਬ੍ਰਹਮ ਗਿਆਨੀ ਹੋ ਗਿਆ ਨਾ, ਉਹਦੇ ਉਹਦਾ ਸੁਪਨਾ ਟੁੱਟ ਜਾਣਾ। ਬ੍ਰਹਮ ਗਿਆਨ ਹੁੰਦੇ ਸਾਰ ਸੁਪਨਾ ਟੁੱਟ ਜਾਣਾ, ਅਤੇ ਉਹਨੂੰ ਪਤਾ ਲੱਗਣਾ ਵੀ ਉਹ ਜਿੰਨਾ ਮੈਂ ਜਿਉਂ ਲਿਆ ਇਹ ਤਾਂ ਸਾਰਾ ਸੁਪਨਾ ਸੀ, ਇਹ ਤਾਂ ਅਸਲੀਅਤ ਹੀ ਕੋਈ ਨਹੀਂ ਸੀ। ਇਹ ਤਾਂ ਸੁਪਨੇ 'ਚ ਹੀ ਮੈਂ ਨੌਕਰੀਆਂ ਕਰਦਾ, ਸੁਪਨੇ 'ਚ ਦਿਹਾੜੀਆਂ ਕਰਦਾ ਰਿਹਾ, ਸੁਪਨੇ 'ਚ ਰੌਜ ਕਰਦਾ ਰਿਹਾ, ਸੁਪਨੇ 'ਚ ਪੁਲਿਸ ਤੋਂ ਕੁੱਟ ਖਾਂਦਾ ਰਿਹਾ, ਸੁਪਨੇ 'ਚ ਜੇਲ੍ਹਾਂ 'ਚ ਰਿਹਾ। ਇਹ ਤਾਂ ਸੁਪਨਾ ਸੀ। ਦੋ ਸਮੇਂ ਸੁਪਨਾ ਟੁੱਟਦਾ, ਜਾਂ ਬ੍ਰਹਮ ਗਿਆਨ ਹੋ ਜਾਣ ਤੋਂ ਬਾਅਦ ਟੁੱਟਦਾ। ਇਹ ਗੁਰੂ ਮਹਾਰਾਜ ਦਾ ਸੁਪਨਾ ਟੁੱਟ ਗਿਆ ਸੀ, ਉਹਨਾਂ ਦਾ ਟੁੱਟ ਗਿਆ। ਤਾਂ ਜਨਮ ਤੋਂ ਹੀ ਬ੍ਰਹਮ ਗਿਆਨੀ ਸਨ, ਉਹਨਾਂ ਦਾ ਪਤਾ ਸੀ ਇਹ ਸੰਸਾਰ ਸੁਪਨਾ ਹੈ। ਅਤੇ ਉਦਾਹਰਣ ਉਹਨਾਂ ਦਿੱਤੀ ਵੀ ਕਿਵੇਂ ਸੁਪਨਾ ਹੈ। ਜਿਵੇਂ ਕਹਿੰਦੇ ਸੁਪਨਾ ਹੁੰਦਾ ਹੈ, ਸੱਚਾ ਨਹੀਂ ਨਾ ਹੁੰਦਾ। ਜਾਦੂ ਦਾ ਪੇਖਣਾ ਖੇਲ, ਜਾਦੂ ਦਾ ਤਮਾਸ਼ਾ ਵੀ ਸੱਚਾ ਨਹੀਂ ਹੁੰਦਾ। ਮੈਂ ਦੇਖਿਆ ਸਟੇਟ ਕਾਲਜ 'ਚ ਮੈਂ B.Ed ਕਰਦਾ ਸੀ 1968 ਦੇ ਵਿੱਚ। ਜਾਦੂਗਰ ਆ ਕੇ ਬੜਾ ਮੰਨਿਆ ਇੰਡੀਆ ਦਾ, ਉਹਨੇ ਮੇਜ਼ 'ਤੇ ਇੱਕ ਲੜਕੀ ਲਟਕਾ ਲਈ, ਸਾਡੀ ਕਲਾਸ ਫੈਲੋ। ਕਹਿੰਦਾ ਮੈਨੂੰ ਵਿਚਾਲਿਓਂ ਚੀਰਾਂਗਾ, ਫਿਰ ਇਹਨੂੰ ਜੋੜ ਦਿਆਂਗਾ। ਕਿਆ ਪ੍ਰੋਫੈਸਰ, ਕਿਆ ਵਿਦਿਆਰਥੀ, ਹੈਰਾਨ ਹੋ ਕੇ ਵੀ ਹੈ ਕਮਾਲ। ਸਾਡੇ ਸਾਹਮਣੇ ਚੀਰ ਕੇ ਨੇ 2 ਟੁਕੜੇ ਕਰ ਦਿੱਤੇ, ਅਤੇ ਮਗਰੋਂ ਕੋਈ ਮੰਤਰ ਜਿਹਾ ਪੜ੍ਹਿਆ, ਅਤੇ ਲੜਕੀ ਕਹਿੰਦਾ ਉਠੋ, ਅਤੇ ਲੜਕੀ ਸਾਬਤ ਉੱਠ ਖੜੀ ਹੈ, ਸਾਬਤ ਉੱਠ ਖੜੀ ਹੈ। ਅਤੇ ਬਾਅਦ 'ਚ ਉਹ ਕਹਿੰਦਾ ਮੇਰੇ ਕੋਲ ਕੋਈ ਜਾਦੂ ਨਹੀਂ ਹੈ, ਇਹ ਤਾਂ ਬਸ ਹੱਥ ਦੀ ਸਫਾਈ ਹੈ, ਇਹ ਕੋਈ ਜਾਦੂ ਨਹੀਂ ਹੈ। ਮੈਂ ਇੱਕ ਮਰੇ ਹੋਏ ਨੂੰ ਜਿਉਂਦਿਆਂ ਨਹੀਂ ਕਰ ਸਕਦਾ, ਮੇਰੇ 'ਚ ਇੰਨੀ ਤਾਕਤ ਨਹੀਂ ਹੈਗੀ। ਪਰ ਵਿਖਾ ਇਸੇ ਤਰ੍ਹਾਂ ਤਾਂ ਵੀ ਵੱਢਤੀ ਲੜਕੀ, 2 ਟੋਟੇ ਕਰਤੇ, 2 ਟੋਟੇ ਕਰਤੇ। ਅਤੇ ਮਗਰੋਂ ਉਹਨੂੰ ਆਵਾਜ਼ ਮਾਰੀ, ਲੜਕੀ ਉਠੋ, ਅਤੇ ਲੜਕੀ ਉੱਠ ਖੜੀ ਹੈ। ਦੇ ਤਾੜੀ 'ਤੇ ਤਾੜੀ, ਦੇ ਤਾੜੀ, ਕਿੰਨੀ ਦੇਰ ਹਾਲ ਗੂੰਜਦਾ ਰਿਹਾ ਤਾੜੀਆਂ ਨਾਲ, ਵੀ ਕਮਾਲ ਹੈ। ਅਤੇ ਜਦੋਂ ਫਿਰ ਮੈਂ ਬਾਅਦ 'ਚ ਬਾਣੀ ਪੜ੍ਹੀ, ਫਿਰ ਮੈਂ ਦੇਖਿਆ ਜਿਉਂ ਸੁਪਨਾ ਰਪੇਖਣਾ ਐਸੇ ਜਗ ਕੋ ਜਾਣ। ਜਿਵੇਂ ਸੁਪਨਾ ਹੈ, ਸੁਪਨਾ ਟੁੱਟਣ ਤੋਂ ਬਾਅਦ ਪਤਾ ਲੱਗਦਾ ਸਭ ਝੂਠ ਸੀ, ਜੋ ਮੇਰੇ ਨਾਲ ਵਾਪਰਿਆ ਉਹ ਸਭ ਝੂਠ ਸੀ। ਮੈਂ ਤਾਂ ਚੰਗਾ ਭਲਾ ਆਪਣੇ ਮੰਜੇ 'ਤੇ ਪਿਆ ਸੀ। ਜਾਦੂ ਦਾ ਤਮਾਸ਼ਾ ਖਤਮ ਜਦੋਂ ਹੁੰਦਾ, ਫਿਰ ਪਤਾ ਲੱਗਦਾ ਇਹ ਤਾਂ ਐਵੇਂ ਹੀ ਸੀ, ਇਹ ਸਭ ਝੂਠ ਸੀ। ਕੋਈ ਲੜਕੀ ਨਹੀਂ ਵੱਢੀ ਗਈ, ਅਤੇ ਕੋਈ ਜੋੜੀ ਨਹੀਂ ਗਈ। ਇਹ ਪੇਖਣਾ, ਇਹ ਝੂਠ ਹੈ। ਜਿਵੇਂ ਝੂਠ ਨਾ ਐਸੇ ਜਗ ਕੋ, ਸੰਸਾਰ ਨੂੰ ਵੀ ਤੂੰ ਇਸੇ ਤਰ੍ਹਾਂ ਸਮਝ। ਸੰਸਾਰ 'ਚ ਕੁਝ ਵੀ ਸਦੀਵੀ ਨਹੀਂ ਹੈ। ਸੰਸਾਰ ਦੀ ਕੋਈ ਵੀ ਚੀਜ਼ ਸਦਾ ਰਹਿਣ ਵਾਲੀ ਨਹੀਂ ਹੈ। ਜਿਵੇਂ ਸੁਪਨਾ ਸਦਾ ਨਹੀਂ ਰਹਿਣ ਵਾਲਾ ਹੁੰਦਾ, 20-30 ਮਿੰਟ, ਅੱਧਾ ਪੌਣਾ ਘੰਟਾ ਆਇਆ, ਖਤਮ ਹੋ ਜਾਂਦਾ। ਸੁਪਨਾ ਸਦਾ ਨਹੀਂ ਆਇਆ ਕਰਦਾ। ਅਤੇ ਜਾਦੂ ਦਾ ਤਮਾਸ਼ਾ ਵੀ ਅੱਧਾ ਪੌਣਾ ਘੰਟਾ ਅਗਲਾ ਵਿਖਾਉਂਦਾ, ਫਿਰ ਉਹ ਵੀ ਖਤਮ ਹੋ ਜਾਂਦਾ। ਐਂ ਹੀ ਇਹ ਸੰਸਾਰ ਹੈ। ਨਾ ਸੁਪਨਾ ਸੱਚਾ, ਨਾ ਜਾਦੂ ਦਾ ਤਮਾਸ਼ਾ ਸੱਚਾ, ਅਤੇ ਨਾ ਹੀ ਸੰਸਾਰ ਸੱਚਾ। ਇਨਮੇਂ ਕੁਛ ਸਾਚੋ ਨਹੀਂ। ਗੁਰੂ ਮਗੇ ਨਾ ਸੁਪਨੇ 'ਚ ਸੱਚ ਹੈ, ਨਾ ਜਾਦੂ ਦੇ ਤਮਾਸ਼ੇ 'ਚ ਸੱਚ ਹੈ, ਅਤੇ ਨਾ ਹੀ ਸੰਸਾਰ 'ਚ ਕੁਝ ਸੱਚ ਹੈ। ਅਤੇ ਸੱਚ ਕੀ ਹੈ?
ਨਾਨਕ ਬਿਨ ਭਗਵਾਨ, ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸੱਚ ਨਹੀਂ ਹੈ। ਜੇ ਸਦਾ ਰਹਿਣਾ ਤਾਂ ਸਿਰਫ ਪਰਮਾਤਮਾ ਨੇ ਰਹਿਣਾ, ਬਾਕੀ ਸਭ ਨੇ ਨਾਸ ਹੋ ਜਾਣਾ। ਸੱਚ ਹੁੰਦਾ ਜਿਹਨੇ ਸਦਾ ਰਹਿਣਾ ਹੋਵੇ, ਝੂਠ ਹੁੰਦਾ ਜਿਹਨੇ ਨਾਸ ਹੋ ਜਾਣਾ ਹੋਵੇ। ਕੂੜ ਵੀ ਉਹਨੂੰ ਹੀ ਕਹਿੰਦੇ ਨੇ ਜਿਹਨੇ ਨਾਸ ਹੋ ਜਾਣਾ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਕੂੜ ਹੈ, ਸਭ ਕੋ ਨਾਸ਼ ਹੋ ਜਾਣ ਵਾਲਾ ਹੈ। ਪਰ ਮਨੁੱਖ ਨੂੰ ਗਿਆਨ ਨਹੀਂ ਕਿ ਤੂੰ ਇੱਕ ਦਿਨ ਨਾਸ਼ ਹੋ ਜਾਣਾ, ਜੋ ਤੇਰੇ ਕੋਲ ਹੈ ਉਹ ਵੀ ਸਭ ਖਤਮ ਹੋ ਜਾਣਾ ਹੈ, ਖਤਮ ਹੋ ਜਾਣਾ। ਕਿਉਂ ਐਵੇਂ ਔਖਾ ਜਿਹਾ ਹੋਈ ਜਾਣਾ? ਕਰੋੜਾਂ ਰੁਪਈਏ, ਅਰਬਾਂ ਰੁਪਏ ਇਕੱਠੇ ਕਰਨ ਤੇ ਮਨੁੱਖ ਲੱਗਿਆ ਹੋਇਆ, ਇੱਥੇ ਹੀ ਰਹਿ ਰੂ ਜਾਣੇ, ਨਾਲ ਤੇ ਇੱਕ ਪੈਸਾ ਵੀ ਨਹੀਂ ਜਾਣਾ। ਤੇ ਗੁਰਬਾਣੀ ਦੇ ਕਹਿੰਦੇ ਲਈ ਲੰਗੋਟੀ ਤੋਰ, ਜਿਹੜੀ ਲੱਕ ਦੁਆਲੇ ਚੜਾਗੀ ਬੰਨੀ ਹੋਈ ਸੀ ਨਾ, ਉਹ ਵੀ ਤੋੜ ਲਈ ਵੀ ਚੱਲ ਜਿਹੜੀ ਚੁਆਨੀ ਠਿਆਨੀ ਦੀ ਇੱਕ ਨੂੰ ਜਾਣਦੀ ਨਾਲ। ਜਦੋਂ ਬੰਦਾ ਮਰ ਜਾਂਦਾ ਉਹਦੇ ਸੋਨੇ ਦੇ ਗਹਿਣੇ ਸਾਰੇ ਲਾ ਲੈਂਦੇ ਨੇ, ਫੂਕਣ ਤੋਂ ਪਹਿਲਾਂ ਲਾ ਲੈਂਦੇ ਨੇ ਵੀ ਇਹਨੂੰ ਤਾਂ ਫੂਕਣੇ, ਸੋਨਾ ਦੇ ਕੰਮ ਆ ਜੇ, ਇਹਦੀ ਚਾਂਦੀ ਸੋਨਾ ਜੋ ਇਹਦਾ ਤਾਂ ਲਾ ਲਓ। ਇੱਕ ਜਨਾਨੀ ਦਾ ਪਤੀ ਮਰ ਗਿਆ ਹੈ ਅਮਰ ਹਸਪਤਾਲ 'ਚ, ਘਰ ਆਉਣ ਤੱਕ ਰਾਹ 'ਚ ਸੋਨਾ ਲਾ ਰਹੀ ਉਹਦਾ। ਘਰ ਡੈਡ ਬੋਡੀ ਨਹੀਂ ਪਹੁੰਚਣ ਦਿੱਤੀ, ਪਹਿਲੇ ਹੀ ਗਹਿਣੇ ਜਿਹੜਾ ਕੜਾ ਪਾਇਆ ਸੀ, ਛਾਪ ਪਾਈ ਸੀ, ਉਹ ਬੰਦੇ ਦੇ ਲਾ ਲਏ। ਉਹ ਡਰਾਈਵਰ ਨੇ ਮੈਨੂੰ ਦੱਸਿਆ ਜੀ ਆਹ ਤੁਹਾਡੀ ਰਿਸ਼ਤੇਦਾਰੀ ਆਹ ਕਰਦੀ ਸੀ ਰਾਹ 'ਚ, ਵੀ ਘਰ ਹੀ ਲਿਆਉਣੇ ਉਹਨੂੰ, ਘਰ ਜਾ ਕੇ ਲਾ ਲਈ ਜਿਹੜੇ ਤੂੰ ਗਹਿਣੇ ਲਾਉਣੇ ਨੇ ਨਾ। ਕਹਿੰਦੇ ਉਹ ਜਿਹੜੀ ਐਂਬੂਲੈਂਸ ਹੈ ਉਸੇ 'ਚ ਹੀ ਲਾਹੀ ਜਾ ਰਹੀ ਹੈ, ਵੀ ਕੋਈ ਹੋਰ ਨਾ ਕਿਤੇ ਲਾ ਲਵੇ, ਮੈਂ ਹੀ ਲਾ ਲਾਂ। ਇਸ ਲਈ ਕਹਿੰਦੇ ਭਗਵਾਨ ਤੋਂ ਬਿਨਾਂ ਕੁਝ ਵੀ ਸੱਚ ਨਹੀਂ ਹੈ। ਇਨਮੇ ਕੁਛ ਸਾਚੋ ਨਹੀਂ, ਨਾਨਕ ਬਿਨ ਭਗਵਾਨ, ਭਗਵਾਨ ਤੋਂ ਬਿਨਾਂ ਇਹ ਤੇ ਕੁਝ ਵੀ ਸੱਚ ਨਹੀਂ। ਅੱਗੇ ਕਹਿੰਦੇ ਨਿਸ ਦਿਨ ਮਾਇਆ ਕਾਰਨੇ, ਪ੍ਰਾਣੀ ਡੋਲਤ ਨੀਤ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਨਿਸ ਦਿਨ ਮਾਇਆ ਕਾਰਨੇ, ਨਿਸ ਦਿਨ, ਦਿਨ ਰਾਤ। ਹਿੰਦੀ ਦਾ ਸ਼ਬਦ ਹੈ ਨਿਸ਼ੀ, ਹਿੰਦੀ ਦਾ ਸ਼ਬਦ ਹੈ ਨਿਸ਼ੀ। ਉਹਨੂੰ ਗੁਰਬਾਣੀ 'ਚ ਫਿਰ ਸੱਸੇ ਨੂੰ ਸਿਆਰੀ ਨਹੀਂ ਨਾ ਪੜ੍ਹਦੇ, ਇਸ ਕਰਕੇ ਨਿਸ ਦਿਨ, ਜਿਵੇਂ ਨੰਨੇ ਨੂੰ ਔਂਕੜ ਹੈ, ਔਂਕੜ ਨਹੀਂ ਪੜ੍ਹਦੇ, ਦਿਨ ਰਾਤ, ਦਿਨ ਭਾਵ ਦਿਨ ਰਾਤ। ਨਿਸ ਦਿਨ ਮਾਇਆ ਕਾਰਨੇ, ਪ੍ਰਾਣੀ ਡੋਲਤ ਨੀਤ, ਨੀਤ ਮਨੇ ਹਮੇਸ਼ਾ। ਇਹ ਬੰਦਾ ਦਿਨ ਰਾਤ ਮਾਇਆ ਦੀ ਖਾਤਰ ਹਮੇਸ਼ਾ ਭਟਕਦਾ ਰਹਿੰਦਾ ਹੈ, ਡੋਲਦਾ ਭਟਕਦਾ ਰਹਿੰਦਾ। ਵੀ ਸ਼ਾਇਦ ਆਸਟ੍ਰੇਲੀਆ 'ਚ ਮੈਂ ਜ਼ਿਆਦਾ ਜਾ ਕੇ ਕਮਾ ਲਾਂਗਾ, ਸ਼ਾਇਦ ਅਮਰੀਕਾ 'ਚ ਜਾ ਕੇ ਜ਼ਿਆਦਾ ਕਮਾ ਲਾਂਗਾ, ਸ਼ਾਇਦ ਕੈਨੇਡਾ 'ਚ ਜਾ ਕੇ ਜ਼ਿਆਦਾ ਕਮਾ ਲਾਂਗਾ। ਮਾਇਆ ਦੀ ਖਾਤਰ ਹੀ ਜਾ ਰਿਹਾ, ਹੋਰ ਕਾਹਦੇ ਲਈ ਜਾ ਰਿਹਾ? ਪੜ੍ਹਾਈ ਤਾਂ ਇੱਕ ਬਹਾਨਾ ਹੈ, ਉਂਝ ਵੜਨ ਨਹੀਂ ਦਿੰਦੇ। ਸਟੱਡੀ ਬੇਸ 'ਤੇ ਜਾ ਰਹੇ ਨੇ। ਉਦੇਸ਼ ਸਟੱਡੀ ਕਰਨਾ ਨਹੀਂ ਹੈ, ਪੜ੍ਹਾਈ ਕਿਹੜਾ ਹਿੰਦੁਸਤਾਨ 'ਚ ਹੁੰਦੀ ਨਹੀਂ। ਸਿਰਫ ਇਹ ਸਟੱਡੀ ਦੇ ਬਹਾਨੇ ਵੀ ਅਸੀਂ ਉੱਥੇ ਜਾ ਕੇ ਰਹਾਂਗੇ, ਵੀ ਪਤਾ ਨਹੀਂ ਉਹ ਸਵਰਗ ਹੈ। ਇੱਥੇ ਬਿਨਾਂ ਕੰਮ ਕੀਤੇ ਵੀ ਰੋਟੀ ਮਿਲ ਰਹੀ ਸੀ, ਉੱਥੇ ਫਿਰ 12-12 ਘੰਟੇ ਕੰਮ ਕਰਦੇ ਨੇ। ਇੱਕ ਮੁੰਡਾ 7 ਸਾਲ ਲੰਡਨ ਰਹਿ ਕੇ ਆਇਆ, ਜਦੋਂ ਵਾਪਸ ਆਇਆ ਮੈਂ ਕਾਕਾ ਸੱਚੋ ਸੱਚ ਦੱਸ, ਇੰਗਲੈਂਡ ਦਾ ਤੂੰ ਕੀ ਵੇਖਿਆ? ਕਹਿੰਦੇ ਅੰਕਲ ਜੀ ਸੁਆਹ ਵੇਖਣਾ ਸੀ, ਸਵੇਰੇ ਰੋਟੀ ਖਾ ਕੇ ਚਲਿਆ ਜਾਂਦਾ ਸੀ, ਰਾਤ ਨੂੰ ਥੱਕਿਆ ਟੁੱਟਿਆ ਵਾਪਸ ਆਉਂਦਾ ਸੀ, ਵੀ ਕੌਣ ਰੋਟੀ ਪਕਾਏਗਾ? ਰਾਹ 'ਚ ਬਰੈਡ ਬਰੂਡ ਜੀ ਖਰੀਦ ਕੇ ਉਹ ਖਾ ਖੂ ਕੇ ਸੌਂ ਜਾਂਦਾ ਸੀ, ਸਵੇਰੇ ਫਿਰ ਕੰਮ 'ਤੇ ਚਲੇ ਜਾਂਦਾ ਸੀ। ਬਸ ਮੈਂ ਤਾਂ ਲੰਡਨ ਵੀ ਨਹੀਂ ਵੇਖਿਆ, ਇੰਗਲੈਂਡ ਤਾਂ ਕੀ ਵੇਖਣਾ ਸੀ। ਹੁਣ ਇੱਥੇ ਕਿਸੇ ਭਈਏ ਨੂੰ ਪੁੱਛ ਲਓ, ਤੁਸੀਂ ਪੰਜਾਬ 'ਚ 10 ਸਾਲ ਲਾ ਕੇ ਆਏ ਹੋ, ਪਟਿਆਲੇ 'ਚ 10 ਸਾਲ ਲਾ ਕੇ ਆਓ, ਦੱਸੋ ਤੁਸੀਂ ਪਟਿਆਲੇ ਦਾ ਕੀ ਵੇਖਿਆ? ਉਹ ਕਹਿਣਗੇ ਜੀ ਆਪਣੇ ਜਿਹੜਾ ਕੁਆਟਰ ਤੋਂ ਲੈ ਕੇ ਸਾਤਸੰਗ ਭਵਨ ਅਤੇ ਸਾਤਸੰਗ ਭਵਨ ਤੋਂ ਲੈ ਕੇ ਕੁਆਟਰ ਤੱਕ ਅਸਤ ਵਸਾਈ ਨਹੀਂ ਵੇਖਿਆ ਜੀ, ਅਤੇ 10 ਸਾਲ ਲੰਘ ਗਏ।
10 ਸਾਲ ਬਿਲਡਿੰਗਾਂ ਬਣਾਉਂਦੇ ਹਾਂ ਅਤੇ ਉਹ 10 ਸਾਲਾਂ ਦੇ ਲੱਗੇ ਸਨ ਸਾਡੇ ਨਾਲ। ਕੋਈ ਵਿਹਲਾ ਹੋਊਗਾ ਤੇ ਘੁੰਮੇ ਫਿਰੇਗਾ ਨਾ। ਉਹ ਘੁੰਮਣ ਫਿਰਨ ਥੋੜ੍ਹਾ ਹੀ ਆਏ ਨੇ, ਉਹ ਪੰਜਾਬ ਵੇਖਣ ਥੋੜ੍ਹਾ ਹੀ ਆਏ ਨੇ, ਉਹ ਤਾਂ ਪੈਸਾ ਕਮਾਉਣ ਆਏ ਨੇ ਬਸ। ਅਤੇ ਤੁਸੀਂ ਵੀ ਬਾਹਰ ਪੈਸਾ ਕਮਾਉਣ ਹੀ ਜਾ ਰਹੇ ਹੋ, ਨਾ ਕਿ ਉਹ ਕੋਈ ਦੇਸ਼ ਵੇਖਣ ਜਾ ਰਹੇ ਹੋ। ਉਹ ਦੇਸ਼ ਨਹੀਂ ਵੇਖਣ ਜਾ ਰਹੇ, ਪੈਸਾ ਕਮਾਉਣ ਜਾ ਰਹੇ ਨੇ। ਮੈਂ ਇਹ ਨਹੀਂ ਕਹਿੰਦਾ ਨਾ ਜਾਓ। ਬਿਹਾਰ ਤੋਂ, ਯੂਪੀ ਤੋਂ, ਰਾਜਸਥਾਨ ਤੋਂ, ਹੋਰ ਸਟੇਟਾਂ ਤੋਂ ਵੀ ਲੋਕ ਪੰਜਾਬ 'ਚ ਆਉਂਦੇ ਨੇ ਮਜ਼ਦੂਰੀ ਕਰਨ, ਵੀ ਇੱਥੇ ਮਜ਼ਦੂਰੀ ਜ਼ਿਆਦਾ ਮਿਲਦੀ ਹੈ। ਸਾਡੇ ਰਿਸ਼ਤੇਦਾਰ ਯੂਪੀ 'ਚ ਰਹਿੰਦੇ ਨੇ, ਮੈਂ ਉਹਨੂੰ ਪੁੱਛਿਆ ਇੱਥੇ ਮਜ਼ਦੂਰੀ ਕਿੰਨੀ ਕੁ? 200 ਰੁਪਏ ਦਿਹਾੜੀ ਹੈ। ਪੰਜਾਬ 'ਚ 500 ਰੁਪਏ ਦਿਹਾੜੀ ਹੈ, ਉੱਥੇ 200 ਰੁਪਏ ਦਿਹਾੜੀ ਹੈ। ਫਿਰ ਅਗਲਾ ਉੱਥੋਂ ਆਵੇਗਾ ਹੀ ਨਾ ਵੀ ਚਲੋ ਪੰਜਾਬ ਚੱਲਦੇ। ਦੂਣੀ ਤੋਂ ਵੀ ਵੱਧ ਦਿਹਾੜੀ ਹੈ। ਜਾਣਾ ਕੋਈ ਮਾੜੀ ਗੱਲ ਨਹੀਂ, ਪਰ ਜਿਨ੍ਹਾਂ ਕੋਲ ਪਹਿਲਾਂ ਹੀ ਇੱਥੇ ਬਹੁਤ ਕੁਛ ਹੈ ਉਹ ਵੀ ਜਾ ਰਹੇ ਪਾਗਲਾਂ ਵਾਂਗੂ, ਵੀ ਤੁਹਾਡੇ ਕੋਲ ਤਾਂ ਪਹਿਲਾਂ ਹੀ ਇੱਥੇ ਬਹੁਤ ਹੈ। ਇੱਕ ਦੇ ਘਰ ਅਖੰਡ ਪਾਠ ਦੇ ਭੋਗ 'ਤੇ ਮੈਂ ਗਿਆ, ਰੋਟੀ ਪਾਣੀ ਖਾਣ ਤੋਂ ਬਾਅਦ ਮੈਂ ਗੱਲਾਂ ਕਰਨ ਲੱਗ ਪਿਆ ਉਹਨਾਂ ਨਾਲ। ਕੋਠੀ ਮੈਂ ਉਹਨਾਂ ਦੀ ਵੇਖੀ, ਰੂਹ ਖੁਸ਼ ਹੋ ਗਈ। ਡਬਲ ਸਟੋਰੀ ਬਿਲਡਿੰਗ ਮੈਂ ਘੱਟ ਤੋਂ ਘੱਟ 2 ਕਰੋੜ ਰੁਪਏ ਲੱਗਾ ਹੋਏਗਾ, ਇੰਨਾ ਵਧੀਆ ਫਰਨੀਚਰ ਜੇ ਲੱਕੜ ਲੱਗੀ, ਹੋਰ ਕੁਛ। ਰੂਹ ਖੁਸ਼ ਹੋ ਗਈ ਕੋਠੀ ਵੇਖ ਕੇ। ਵੱਡੀ ਸਾਰੀ ਕਾਰ ਖੜੀ 15 ਕੁ ਲੱਖ ਦੀ ਹੋਣੀ ਹੈ। ਉਹ ਦੁੱਗ ਦੁੱਗ ਕਰਦਾ ਹੋਇਆ ਮੋਟਰਸਾਈਕਲ ਵੀ ਖੜਾ ਸੀ ਇੱਥੇ, ਪਰ ਉਹ ਸਰਦਾਰ ਉਦਾਸ ਸੀ। ਮੀਆਂ ਬੀਬੀ, ਮੈਂ ਕੀ ਗੱਲ ਹੋ ਗਈ? ਕਹਿੰਦੇ ਬਾਬਾ ਜੀ ਸਾਡੀ 50 ਕਿੱਲੇ ਜ਼ਮੀਨ ਹੈ, ਮੈਨੂੰ ਉਹਦਾ 25 ਲੱਖ ਠੇਕਾ ਹੁੰਦਾ ਸਾਲ ਦਾ। 25 ਲੱਖ, 2 ਰੁਪਏ ਮਹੀਨੇ, 2 ਲੱਖ ਮਹੀਨੇ ਦਾ ਹੋ ਗਿਆ ਨਾ। ਇੱਕ ਮੇਰਾ ਲੜਕਾ ਅਤੇ ਇੱਕ ਮੇਰੀ ਲੜਕੀ ਹੈ। ਲੜਕਾ ਕਹਿੰਦਾ ਮੈਂ ਤਾਂ ਫੋਰਨ ਜਾਣਾ। ਮੈਂ ਉਹਨੂੰ ਕਿਹਾ ਕਾਕਾ ਵੀ ਤੈਨੂੰ ਇੱਥੇ ਕਿਸ ਚੀਜ਼ ਦੀ ਕਮੀ ਹੈ? ਕੋਠੀ ਤੇਰੇ ਕੋਲੇ, ਕਾਰ ਤੇਰੇ ਕੋਲੇ, ਮੋਟਰਸਾਈਕਲ ਤੇਰੇ ਕੋਲੇ, 2 ਲੱਖ ਰੁਪਏ ਆਪਾਂ ਕੁੜੀ ਦੇ ਵਿਆਹ ਦੇਣੀ ਹੈ, 3 ਜੀ ਆ, ਨਾ ਜਾ। ਨਹੀਂ ਕਹਿੰਦਾ, ਉਹ ਤਾਂ ਚਲਿਆ ਗਿਆ। ਆ ਮਗਰ ਕੁੜੀ ਹੈ, ਇਹ ਵੀ ਕੱਲ੍ਹ ਨੂੰ ਜਾ ਰਹੀ ਨੇ, ਇਹਨੇ ਬਾਹਰਲੇ ਮੁੰਡੇ ਨਾਲ ਵਿਆਹ ਕਰਾ ਲਿਆ, ਇਹ ਵੀ ਸਵੇਰੇ ਜਾ ਰਹੀ ਹੈ। ਅਸੀਂ ਮਗਰੋਂ ਬੁੜੇ ਮੀਆਂ ਬੀਬੀ ਇੱਥੇ ਰਹਿ ਜਾਵਾਂਗੇ। ਬਾਹਰਲੇ ਦੇਸ਼ ਦਾ ਵਾਤਾਵਰਨ ਸਾਨੂੰ ਫਿੱਟ ਨਹੀਂ ਹੈ, ਉਸ ਦਾ ਮਾਹੌਲ ਸਾਨੂੰ ਫਿੱਟ ਨਹੀਂ ਹੈ, ਉਸ ਦਾ ਕਲਚਰ ਸਾਡੇ ਅਨੁਸਾਰ ਨਹੀਂ ਹੈ। ਬਾਹਰ ਜੀਅ ਨਹੀਂ ਲੱਗਦਾ ਬਜ਼ੁਰਗਾਂ ਦਾ, ਇੱਥੇ ਸਾਂਭਣ ਵਾਲਾ ਕੋਈ ਨਹੀਂ ਹੋਣਾ। ਆ ਪ੍ਰਾਪਰਟੀ ਸਾਰੀ ਸ਼ਰੀਕਾਂ ਨੇ ਦੱਬ ਲੈਣੀ ਹੈ। ਕਿਉਂ? ਇਹਨਾਂ ਬੱਚਿਆਂ ਨੂੰ ਤਾਂ ਹੈ ਹੀ ਨਹੀਂ, ਮੋਹ ਹੀ ਨਹੀਂ ਪ੍ਰਾਪਰਟੀ ਨਾਲ, ਇਹਨਾਂ ਆਉਣਾ ਕੋਈ ਨਹੀਂ। ਸਾਡੀ ਪ੍ਰਾਪਰਟੀ ਲੋਕਾਂ ਨੇ ਦੱਬ ਲੈਣੀ ਹੈ। ਸਭ ਕੁਛ ਹੋਣ ਦੇ ਬਾਵਜੂਦ ਵੀ ਪਤਾ ਨਹੀਂ ਪਾਗਲਾਂ ਵਾਂਗੂ ਤੁਰੇ ਜਾ ਰਹੇ ਨੇ। ਇਹਨਾਂ ਨੂੰ ਕੌਣ ਸਮਝਾਏ? ਹੁਣ ਇਹਨਾਂ ਨੂੰ ਕੌਣ ਸਮਝਾਏ? ਨਾ ਇਹ ਸਮਝਣ। ਮਾਂ ਬਾਪ ਨੇ ਬਥੇਰਾ ਸਮਝਾਇਆ, ਨਹੀਂ ਸਮਝਦੇ, ਨਹੀਂ ਸਮਝਦੇ। ਪਤਾ ਨਹੀਂ ਬਾਹਰ ਕੀ ਹੈ ਸਮਝਦੇ ਨੇ। ਇਹ ਸਮਝਦੇ ਬਾਹਰ ਪਤਾ ਦਰਖਤਾਂ ਨੂੰ ਪੈਸੇ ਲੱਗਦੇ ਨੇ। ਜਿਵੇਂ ਗੁਰੂ ਨਾਨਕ ਦੇਵ ਨੇ ਕਿਹਾ ਸੀ ਨਾ, ਭਾਈ ਲਹਿਣਾ ਜੀ ਇਹ ਦਰਖਤ 'ਤੇ ਚੜ੍ਹੋ, ਇਹਨੂੰ ਹਿਲਾਓ, ਮਠਿਆਈ ਡਿੱਗੇਗੀ। ਉਹ ਤਾਂ ਗੁਰੂ ਨਾਨਕ ਸਨ, ਹੁਣ ਤਾਂ ਡੇਗਤੀ, ਉਂਝ ਨਹੀਂ ਡਿੱਗਦੀ। ਦਰਖਤਾਂ ਨੂੰ ਮਠਿਆਈ ਨਹੀਂ ਲੱਗਿਆ ਕਰਦੇ, ਉਹ ਤਾਂ ਸਮਰੱਥ ਸਨ, ਉਹਨਾਂ ਦੀ ਕਿਹੜੀ ਗੱਲ। ਇਹ ਸਮਝਦੇ ਨੇ ਉੱਥੇ ਦਰਖਤਾਂ ਨੂੰ ਡਾਲਰ ਲੱਗਦੇ ਨੇ। ਜਦੋਂ 12-12 ਘੰਟੇ ਕੰਮ ਕਰਨਾ ਪੈਂਦਾ, ਫਿਰ ਨਾਨੀ ਯਾਦ ਆਉਂਦੀ ਹੈ, ਨਾ ਵਾਪਸ ਆਉਣ ਜੋਗੇ ਅਤੇ ਨਾ ਉੱਥੇ ਰਹਿਣ ਜੋਗੇ। ਫਿਰ ਮੇਰੇ ਕਿਹਾ ਬਾਬਾ ਜੀ 3 ਮਹੀਨੇ ਹੋ ਗਏ ਆਏ ਕਨੇਡਾ ਆਇਆ ਨੂੰ, ਕੋਈ ਕੰਮ ਨਹੀਂ ਮਿਲਦਾ ਜੀ। ਮੈਂ ਕਿਹੜਾ ਤੁਹਾਨੂੰ ਕਿਹਾ ਸੀ ਜਾਓ, ਮੈਂ ਤਾਂ ਤੁਹਾਨੂੰ ਕਿਹਾ ਸੀ ਨਾ ਜਾਓ। ਹੁਣ ਲੱਭੀ ਜਾਉਣ, ਬਾਬਾ ਕਿਹਾ ਕਰੇ। ਮੈਂ ਹੁਣ ਉੱਥੇ ਤੁਹਾਡੇ ਲਈ ਕੰਮ ਲੱਭਦਾ ਫਿਰ। ਸੋ ਇਹ ਮਨੁੱਖ ਦੀ ਹਵਸ ਜਿਹੜੀ ਹੈ ਇਹ ਨਹੀਂ ਭਰਦੀ। ਇਹ ਕਹਿੰਦਾ ਹੋਰ 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 ਹੋਵੇ।
ਜਿੱਦੇ ਕਿਤੇ ਸੋਝੀ ਆ ਗਈ ਨਾ ਕਿਸੇ ਨੂੰ ਵੀ, ਸੋਝੀ ਪਤਾ ਕੀ ਹੈ ਕਿ ਤੁਸੀਂ ਕੀ ਕਹੋਗੇ, ਉਹ ਬੰਦਿਆ ਆ 2-4 ਤੂੰ ਰੋਟੀਆਂ ਖਾਣੀਆਂ, ਆ 2-4 ਤੂੰ ਕੱਪੜੇ ਪਾਉਣੇ, ਕਿਉਂ ਐਵੇਂ ਔਖਾ ਹੋਈ ਜਾਂਦਾ ਐਵੇਂ, ਉਹਦੇ ਆਨੰਦ 'ਚ ਤੁਸੀਂ ਬਸ ਉਸ ਦਿਨ ਤੋਂ ਬਾਅਦ ਤੁਸੀਂ ਆਨੰਦ 'ਚ ਆ ਜਾਓਗੇ। ਅਤੇ ਹੈ ਇਹੀ ਸੱਚ। ਆ 2-4 ਰੋਟੀਆਂ ਖਾਣੇ ਨੇ, 2-4 ਕੱਪੜੇ ਪਾਉਣੇ, ਘਰ ਤੇ ਬਾਪੂ ਨੇ ਬਣਾ ਹੀ ਦਿੱਤਾ, ਘਰ ਤੇ ਬਾਪੂ ਨੇ ਬਣਾ ਕੇ ਦਿੱਤਾ, ਘਰ ਦੀ ਤਾਂ ਤੁਹਾਨੂੰ ਚਿੰਤਾ ਕੋਈ ਨਹੀਂ, ਕੋਠੀ ਬਣਾਈ ਹੈ ਬਾਪੂ ਨੇ, ਰਹਿਣਾ ਹੀ ਉਸ 'ਚ, ਅਤੇ ਆ 2-4 ਰੋਟੀਆਂ ਖਾਣੀਆਂ ਨੇ ਅਤੇ 2-4 ਕੱਪੜੇ ਪਾਉਣੇ ਨੇ। ਇੰਨੀ ਕੁ ਗੱਲ ਪਿੱਛੇ ਮਨੁੱਖ ਕਿਤਨਾ ਔਖਾ ਹੋ ਰਿਹਾ ਹੈ, ਭਟਕ ਰਿਹਾ ਹੈ। ਤਾਂ ਹੀ ਕਹਿੰਦੇ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ, ਮਾਇਆ ਦੀ ਖਾਤਰ ਦਿਨ ਰਾਤ ਇਹ ਮਨੁੱਖ ਹਮੇਸ਼ਾ ਭਟਕਦਾ ਰਹਿੰਦਾ ਹੈ। ਕੋਟਣ ਮੈਂ ਨਾਨਕ ਕੋ, ਕਹਿੰਦੇ ਕਰੋੜਾਂ 'ਚ ਕੋਈ ਇੱਕ ਅੱਧਾ ਹੁੰਦਾ ਨਾਰਾਇਣ ਜਿਹ ਚੀਤ, ਜਿਹਦੇ ਚਿੱਤ 'ਚ ਰੱਬ ਵਸ ਗਿਆ ਹੈ, ਜਿਹਦੇ ਮਨ 'ਚ ਰੱਬ ਦੀ ਯਾਦ ਵਸ ਗਈ, ਉਹ ਤਾਂ ਕਹਿੰਦੇ ਕਰੋੜਾਂ 'ਚ ਕੋਈ ਇੱਕ ਅੱਧਾ, ਬਾਕੀ ਤਾਂ ਸਭ ਮਾਇਆ ਵਸੀ ਹੋਈ ਹੈ, ਬਾਕੀ ਸਭ ਦੇ ਮਨ 'ਚ ਮਾਇਆ ਵਸੀ ਹੋਈ ਹੈ, ਹੋਰ 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 ਦੀ ਹੋੜ ਲੱਗੀ ਹੋਈ ਹੈ, ਰੱਜ ਨਹੀਂ ਆ ਰਿਹਾ। ਇਸ ਨੂੰ ਕਿ ਕੋਟੜ ਮੈਂ ਕੋ, ਲੱਖਾਂ 'ਚ ਨਹੀਂ ਗਿਆ, ਕਹਿੰਦੇ ਕਰੋੜਾਂ 'ਚ ਕੋਈ ਇੱਕ ਅੱਧਾ ਹੁੰਦਾ ਜਿਹਦੇ ਮਨ 'ਚ ਰੱਬ ਦੀ ਯਾਦ ਵਸ ਗਈ ਹੈ, ਨਹੀਂ ਤਾਂ ਲੱਖਾਂ ਲੋਕਾਂ ਦੇ ਮਨ 'ਚ ਮਾਇਆ ਵਸੀ ਹੋਈ ਹੈ, ਮਾਇਆ ਦੀ ਯਾਦ ਹੀ ਆਉਂਦੀ ਰਹਿੰਦੀ ਹੈ। ਜੈਸੇ ਜਲ ਤੇ ਬੁੱਧ ਬਦਾ, ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਬੁੱਧ ਬਦਾ ਹੁੰਦਾ ਬੁਲਬੁਲਾ। ਕਈ ਵਾਰ ਤੁਸੀਂ ਮੀਂਹ ਪੈਂਦਾ ਵੇਖਿਆ ਹੁਣ, ਉੱਤੇ ਪਾਣੀ ਦੇ ਉੱਤੇ ਬੁਲਬੁਲੇ ਬਣਨੇ ਸ਼ੁਰੂ ਹੋ ਜਾਂਦੇ ਨੇ, ਉਹ 1 ਮਿੰਟ ਬਾਅਦ ਖਤਮ ਹੋ ਜਾਂਦੇ ਨੇ। ਬੁਲਬੁਲੇ ਦੀ ਉਮਰ ਬਹੁਤੀ ਲੰਬੀ ਨਹੀਂ ਹੁੰਦੀ, 1-2 ਮਿੰਟ ਹੀ ਹੁੰਦੇ, ਤੁਹਾਡੇ ਵੇਖਦੇ ਵੇਖਦੇ ਬੁਲਬੁਲਾ ਖਤਮ ਹੋ ਜਾਂਦਾ। ਜੈਸੇ ਜਲ ਤੇ ਬੁੱਧ ਬਦਾ, ਉਪਜੈ ਬਿਨਸੈ ਨੀਤ, ਜਿਵੇਂ ਪਾਣੀ ਦੇ ਉੱਤੇ ਬੁਲਬੁਲਾ ਬਣਦਾ ਅਤੇ ਫਿਰ ਖਤਮ ਹੋ ਜਾਂਦਾ। ਜਗ ਰਚਨਾ ਤੈਸੇ ਰਚੀ, ਪਰਮਾਤਮਾ ਨੇ ਸੰਸਾਰ ਦੀ ਰਚਨਾ ਇਹੋ ਜਿਹੀ ਕੀਤੀ ਹੈ, ਤੁਹਾਡੇ ਵੇਖਦੇ ਕੋਈ ਹੈ, ਕੁਝ ਸਮੇਂ ਬਾਅਦ ਚਲਾਣਾ ਕਰ ਗਿਆ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਹੈ ਮਿੱਤਰਾ ਸੁਣ, ਇਸ ਤਰ੍ਹਾਂ ਸੰਸਾਰ ਦੀ ਰਚਨਾ ਹੈ। ਜਿਵੇਂ ਪਾਣੀ ਦੇ ਬੁਲਬੁਲੇ ਦੀ ਥੋੜ੍ਹੀ ਜਿਹੀ ਉਮਰ ਹੈ, ਇਸ ਤਰ੍ਹਾਂ ਹੈ ਇਨਸਾਨ ਤੇਰੀ ਵੀ ਥੋੜ੍ਹੀ ਜਿਹੀ ਉਮਰ ਹੈ। ਤੂੰ ਸਦਾ ਨਹੀਂ ਇੱਥੇ ਬੈਠੇ ਰਹਿਣਾ। ਜਿੰਨਾ ਤੈਨੂੰ ਸਮਾਂ ਮਿਲਿਆ ਨਾ, ਭਜਨ ਬੰਦਗੀ ਕਰ ਲੈ, ਚੱਜ ਦੇ ਕੋਈ ਕੰਮ ਕਰ ਲੈ, ਚੱਜ ਦੇ ਕੰਮ ਕਰ ਜਾ, ਭਜਨ ਬੰਦਗੀ ਕਰ ਜਾ। ਇਹ ਕੋਈ 10ਮ ਪਾਤਸ਼ਾਹ ਦਾ ਦਰਬਾਰ ਲੱਗਾ, ਧਰਮ ਸਿੰਘ ਨਾਮ ਦਾ ਇੱਕ ਬੰਦਾ ਖੜਾ ਹੋ ਗਿਆ ਹੈ, ਕਹਿੰਦੇ ਸੱਚੇ ਪਾਤਸ਼ਾਹ, ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਮਰਨ ਤੋਂ ਬਾਅਦ ਲੋਕ ਯਾਦ ਕਰਨ। ਦੱਸੋ ਕੀ ਕੀਤਾ ਜਾਵੇ? ਕੋਈ ਖੂਹ ਲਵਾਈਏ, ਕੋਈ ਤਲਾਬ ਬਣਾਈਏ, ਕੋਈ ਗੁਰਦੁਆਰਾ ਬਣਾਈਏ, ਕੋਈ ਧਰਮਸ਼ਾਲਾ ਬਣਾਈਏ, ਕੀ ਕਰੀਏ ਕਿ ਲੋਕ ਮਰਨ ਤੋਂ ਬਾਅਦ ਵੀ ਯਾਦ ਰੱਖਣ? ਗੁਰੂ ਮਹਾਰਾਜ ਕਹਿੰਦੇ, ਗੁਰਮੁਖੋ ਤੁਸੀਂ ਕਬੀਰ ਸਾਹਿਬ ਨੂੰ ਜਾਣਦੇ ਹੋ? ਕਹਿੰਦੇ ਹਾਂਜੀ, ਉਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਦਰਜ ਹੈ, ਸਾਰੇ ਸਿੱਖ ਕਬੀਰ ਸਾਹਿਬ ਦੇ ਨਾਮ ਨੂੰ ਜਾਣਦੇ ਨੇ। ਕਿਆ ਜਾਣਦੇ ਨੇ? ਕੋਈ ਤੁਹਾਡੇ 'ਚ ਦੱਸੋ ਕਬੀਰ ਸਾਹਿਬ ਦੇ ਵੇਲੇ ਹਿੰਦੁਸਤਾਨ ਦਾ ਰਾਜਾ ਕੌਣ ਸੀ? ਸਾਰੇ ਚੁੱਪ, ਕਿਸੇ ਨੂੰ ਵੀ ਨਹੀਂ ਸੀ ਪਤਾ। ਕਹਿੰਦੇ ਗੁਰਮੁਖੋ, ਇੱਕ ਗਰੀਬ ਜੁਲਾਹਾ, ਉਸ ਦਾ ਨਾਮ ਤਾਂ ਤੁਸੀਂ ਜਾਣਦੇ ਹੋ, ਜਿਹੜਾ ਸਾਰੇ ਹਿੰਦੁਸਤਾਨ ਦਾ ਰਾਜਾ ਸੀ, ਉਹਦਾ ਨਾਮ ਤੁਹਾਡੇ 'ਚ ਕੋਈ ਵੀ ਨਹੀਂ ਜਾਣਦਾ। ਕਬੀਰ ਸਾਹਿਬ ਦਾ ਨਾਮ ਕਿਉਂ ਜਾਣਦੇ ਹੋ? ਉਹਨਾਂ ਭਜਨ ਬੰਦਗੀ ਕੀਤੀ। ਕਹਿੰਦੇ ਜੇ ਤੁਸੀਂ ਚਾਹੁੰਦੇ ਹੋ ਨਾ
ਤੁਹਾਨੂੰ ਦੁਨੀਆ ਮਗਰੋਂ ਯਾਦ ਕਰੇ, ਫਿਰ ਭਜਨ ਬੰਦਗੀ ਕਰੋ। ਅਤੇ ਫਿਰ ਉਦਾਹਰਨ ਦਿੱਤੀ ਸੀ 2 ਬੱਚਿਆਂ ਦੀ ਜਿਹੜੇ ਸਤਯੁਗ 'ਚ ਹੋਏ, ਇੱਕ ਧਰੂਪ ਭਗਤ, ਇੱਕ ਪ੍ਰਹਿਲਾਦ। 6-6 7 ਸਾਲਾਂ ਦੇ ਬੱਚੇ ਨੇ ਜਦੋਂ ਭਜਨ ਬੰਦਗੀ ਕਰਨ ਲੱਗ ਗਏ। ਕਹਿੰਦੇ ਦੇਖੋ ਉਹ ਸਤਯੁਗ 'ਚ 2 ਬੱਚੇ ਹੋਏ, ਤੁਸੀਂ ਸਾਰੇ ਉਹਨਾਂ ਦਾ ਨਾਮ ਜਾਣਦੇ ਹੋ, ਧਰੂਪ ਭਗਤ ਦਾ, ਪ੍ਰਹਿਲਾਦ ਦਾ, ਜਾਣਦੇ ਹੋ ਨਾਮ? ਕਿਉਂ? ਉਹਨਾਂ ਭਜਨ ਬੰਦਗੀ ਕੀਤੀ। ਕਹਿੰਦੇ ਪੰਚਮ ਪਾਤਸ਼ਾਹ ਸਭ ਉਦਾਹਰਨ ਦਿੱਤੀ ਹੈ, ਰਾਮ ਜਪੋ ਜੀ ਐਸੇ ਐਸੇ ਜੈਸੇ ਧਰੂਪ ਭਗਤ, ਜੈਸੇ ਧਰੂਪ ਪ੍ਰਹਿਲਾਦ ਜਪੇ ਹਰ ਜੈਸੇ, ਰਾਮ ਜਪੋ ਜੀ ਐਸੇ ਐਸੇ। ਜਿਵੇਂ ਨਾ 2 ਬੱਚਿਆਂ ਨੇ ਜਪਿਆ, ਕਹਿੰਦੇ ਇਸ ਤਰ੍ਹਾਂ ਨਾਮ ਜਪੋ, ਇਸ ਤਰ੍ਹਾਂ ਨਾਮ ਜਪੋ। ਉਹਨਾਂ ਸਾਰਾ ਹੀ ਮੋਹ ਛੱਡਤਾ ਸੀ, ਸਾਰਾ ਮੋਹ ਛੱਡ। ਧਰੂਪ ਭਗਤ ਜਦੋਂ ਚਲਿਆ ਗਿਆ ਨਾ ਜੰਗਲਾਂ 'ਚ, ਸਾਰੇ ਦੇਸ਼ 'ਚ ਭਾਜੜ ਪੈ ਗਈ, ਰਾਜੇ ਦਾ ਪੁੱਤਰ ਗੁੰਮ ਹੋ ਗਿਆ, ਲੱਭੋ ਲੱਭੋ ਕਿੱਥੇ ਗਿਆ। ਨਾਰਦ ਜੀ ਕੁਦਰਤੀ ਆਕਾਸ਼ 'ਚ ਜਾ ਰਹੇ ਸੀ, ਉਹਨਾਂ ਨੇ ਕਿਹਾ ਵੀ ਰਾਜਾ ਉਤਾਨਪਾਦ ਦਾ ਲੜਕਾ ਇੱਥੇ ਜੰਗਲ 'ਚ ਬੈਠਾ। ਉਹ ਹੇਠਾਂ ਆਏ, ਨਾਰਦ ਪੁੱਛਦੇ ਨੇ ਵੀ ਕਾਕਾ ਤੂੰ ਇੱਥੇ ਕਿਉਂ ਬੈਠਾ? ਕਹਿੰਦਾ ਜੀ ਮੈਂ ਆਪਣੇ ਪਿਤਾ ਦੀ ਗੋਦ ਵਿੱਚ ਬੈਠਾ ਸੀ, ਮੇਰੀ ਮਤਰੇਈ ਮਾਂ ਨੇ ਮੈਨੂੰ ਬਾਹੋਂ ਫੜ ਕੇ ਨਾ ਮੇਰੇ ਪਿਤਾ ਦੀ ਗੋਦ ਦੇ ਵਿੱਚ ਮੈਨੂੰ ਉਠਾਤਾ। ਕਹਿੰਦੇ ਤੈਨੂੰ ਕੋਈ ਅਧਿਕਾਰ ਨਹੀਂ ਬਾਪ ਦੀ ਗੋਦ 'ਚ ਬਹਿਣ ਦਾ, ਮੇਰਾ ਮੁੰਡਾ ਬੈਠੇਗਾ। ਕਹਿੰਦਾ ਮੈਂ ਆਪਣੀ ਮਾਂ ਨੂੰ ਆ ਕੇ ਪੁੱਛਿਆ, ਮਾਂ ਤੂੰ ਰਾਣੀ ਹੈ ਕਿ ਨੌਕਰਾਣੀ ਹੈ? ਉਹ ਕਹਿੰਦੇ ਪੁੱਤਰ ਹੈ ਤਾਂ ਮੈਂ ਰਾਣੀ, ਪਰ ਪਿਛਲੇ ਜਨਮਾਂ 'ਚ ਭਗਤੀ ਨਾ ਕਰਨ ਕਰਕੇ ਰਾਣੀ ਹੋਣ ਦੇ ਬਾਵਜੂਦ ਮੈਂ ਇਸ ਵੇਲੇ ਨੌਕਰਾਣੀ ਬਣੀ ਹੋਈ ਹਾਂ। ਪੁੱਤਰ ਭਗਤੀ ਕਰ, ਫਿਰ ਤੈਨੂੰ ਰਾਜ ਮਿਲੇਗਾ। ਕਿਉਂਕਿ ਆਮ ਕਹਾਵਤ ਹੈ ਤਪੋਂ ਰਾਜ ਤੇ ਰਾਜੋਂ ਨਰਕ। ਇਹ ਵੀ ਨਾਲ ਤਪ ਕੀਤਾ, ਭਜਨ ਬੰਦਗੀ ਕੀਤੀ, ਰਾਜੇ ਬਣ ਗਏ ਅਗਲੇ ਜਨਮ 'ਚ। ਫਿਰ ਲੋਕਾਂ 'ਤੇ ਜ਼ੁਲਮ ਕੀਤੇ, ਹਉਮੈ 'ਚ ਆ ਗਏ, ਲੋਕਾਂ 'ਤੇ ਜ਼ੁਲਮ ਕੀਤੇ। ਲੋਕ ਹੱਕ ਮੰਗਦੇ ਸੀ, ਪੁਲਿਸ ਤੋਂ ਕਟਵਾਉਂਦੇ ਸਨ, ਫੜ ਕੇ ਜੇਲ੍ਹਾਂ 'ਚ ਡੱਕਦੇ ਸਨ। ਜਾਂ ਕੋਈ ਨੁਕਤਾਚੀਨੀ ਕਰਦਾ ਸੀ ਰਾਜੇ ਦੀ, ਇਹਨੂੰ ਫੜ ਕੇ ਜੇਲ੍ਹ 'ਚ ਕਰੋ, ਇਹ ਦੇਸ਼ ਧਰੋਹੀ ਹੈ, ਇਸੇ ਮੁਕੱਦਮਾ ਚਲਾਓ। ਇਸ ਤਰ੍ਹਾਂ ਕਰਦੇ ਨੇ, ਹੁਣ ਵੀ ਕਰ ਰਹੇ ਨੇ, ਪਹਿਲਾਂ ਵੀ ਕਰਦੇ ਸੀ। ਇਹਨਾਂ ਲਈ ਨਰਕ ਤਿਆਰ ਨੇ, ਇਹਨਾਂ ਲਈ ਨਰਕ ਤਿਆਰ ਨੇ। ਤਪ ਕੀਤਾ, ਰਾਜ ਮਿਲ ਗਿਆ, ਰਾਜ ਕੀਤਾ, ਅਤਿਆਚਾਰ ਕੀਤਾ, ਹੁਣ ਨਰਕਾਂ ਲਈ ਤਿਆਰ ਹੋ ਜਾਓ। ਤਾਂ ਕਿ ਤਪੋਂ ਰਾਜ ਰਾਜੋਂ ਨਰਕ। ਕਹਿੰਦੇ ਪੁੱਤਰ ਤੂੰ ਤਪੱਸਿਆ ਕਰ, ਤੈਨੂੰ ਰਾਜ ਮਿਲੇਗਾ। ਕਹਿੰਦਾ ਅੱਛਾ। ਕਹਿੰਦਾ ਮੈਂ ਤਾਂ ਆ ਗਿਆ, ਮੈਂ ਤੇ ਭਜਨ ਬੰਦਗੀ ਕਰਨੀ। ਬੜਾ ਨਾਰਦ ਨੇ ਸਮਝਾਇਆ, ਤੂੰ ਜੇ ਬੱਚੇ ਇੱਥੇ ਜੰਗਲ 'ਚ ਸ਼ੇਰ ਚੀਤੇ ਨੇ ਤੈਨੂੰ ਖਾ ਜਾਣਗੇ, ਕੀ ਰੋਟੀ ਪਾਣੀ ਕੀ ਖਾਵੇਂਗਾ, ਭੁੱਖਾ ਮਰ ਜਾਏਗਾ। ਕਹਿੰਦਾ ਮੈਂ ਨਹੀਂ ਵਾਪਸ ਜਾਂਦਾ, ਮੈਂ ਤੇ ਰਾਜ ਲੈਣਾ। ਸ਼ਹਿਰ 'ਚ ਚਲਿਆ ਗਿਆ ਹੈ ਨਾਰਦ, ਰੌਲਾ ਪਿਆ ਸਾਰੇ ਸ਼ਹਿਰ 'ਚ, ਰਾਜੇ ਦਾ ਮੁੰਡਾ ਗੁੰਮ ਹੋ ਗਿਆ। ਨਾਰਦ ਜੀ ਰਾਜੇ ਕੋਲ ਚਲੇ ਗਏ, ਉਤਾਨਪਾਦ ਉਹਦਾ ਨਾਂ ਸੀ। ਕਹਿੰਦੇ ਰਾਜਨ ਤੇਰਾ ਲੜਕਾ ਫਲਾਣੇ ਥਾਂ 'ਤੇ ਜੰਗਲ 'ਚ ਬੈਠਾ, ਮੈਂ ਉਹਨੂੰ ਬੜਾ ਸਮਝਾਇਆ ਸੀ ਤੂੰ ਆ ਜਾ। ਉਹ ਕਹਿੰਦੇ ਨਾ, ਮੇਰੀ ਬੇਇੱਜ਼ਤੀ ਮੇਰੀ ਕਰਤੀ ਮਤਰੇਈ ਮਾਂ ਨੇ, ਮੇਰੇ ਬਾਪ ਨੇ ਉਹਨੂੰ ਰੋਕਿਆ ਨਹੀਂ ਕਿ ਤੂੰ ਕੌਣ ਹੈ ਮੇਰੇ ਪੁੱਤਰ ਨੂੰ ਮੇਰੀ ਗੋਦ 'ਚ ਉਠਾਉਣ ਵਾਲੀ। ਕੀ ਮੇਰਾ ਬਾਪ ਕਹਿ ਨਹੀਂ ਸਕਦਾ? ਮੇਰਾ ਬਾਪ ਰਾਜਾ ਸੀ, ਉਹ ਕਹਿ ਸਕਦੇ ਤੂੰ ਕੌਣ ਹੈ ਮੇਰੇ ਪੁੱਤਰ ਨੂੰ ਮੇਰੀ ਗੋਦ 'ਚ ਉਠਾਉਣ ਲਈ। ਪਰ ਰਾਜਾ ਚੁੱਪ ਰਿਹਾ, ਉਹਨੇ ਕੁਛ ਨਹੀਂ ਕਿਹਾ। ਮੈਂ ਤਪੱਸਿਆ ਕਰਨੀ ਹੈ, ਮੈਂ ਰਾਜ ਲੈ ਕੇ ਹੀ ਹਟਣਾ। ਰਾਜਾ ਕਹਿੰਦਾ ਨਾਰਦ ਜੀ ਉਹਨੂੰ ਕਹਿ ਦੇ ਤੂੰ ਘਰ ਵਾਪਸ, ਇੱਕੋ ਇੱਕ ਪੁੱਤਰ ਸੀ,
ਦੂਜੀ ਦੇ ਤਾਂ ਅਜੇ ਹੋਇਆ ਹੀ ਨਹੀਂ ਸੀ ਜਿਹਨੇ ਉਠਾਇਆ ਸੀ ਕੁਚਲੋਂ। ਕਹਿੰਦੇ ਉਹਨੂੰ ਕਹੋ ਮੈਂ ਤੈਨੂੰ ਅੱਧਾ ਰਾਜ ਅੱਜ ਦਿਨਾਂ, ਤੂੰ ਵਾਪਸ ਆ ਜਾ। ਨਾਰਦ ਜੀ ਚਲੇ ਗਏ। ਕਹਿੰਦੇ ਰਾਜਾ ਤੈਨੂੰ ਅੱਧਾ ਰਾਜ ਦੇਣ ਲਈ ਤਿਆਰ ਹੈ, ਵਾਪਸ ਚਲਿਆ ਜੀ। ਕਹਿੰਦਾ ਅੱਛਾ, ਅੱਜ ਤਾਂ ਮੈਂ ਇੱਕੋ ਦਿਨ ਹੀ ਭਜਨ ਬੰਦਗੀ ਕੀਤੀ ਅਤੇ ਮੈਨੂੰ ਅੱਧਾ ਰਾਜ ਮਿਲ ਰਿਹਾ, ਮੈਂ ਤਾਂ ਸਾਰਾ ਲੈਣਾ, ਮੈਂ ਨਹੀਂ ਜਾਂਦਾ ਵਾਪਸ। ਅਤੇ ਫਿਰ ਉਹ ਤਪੱਸਿਆ ਕਰਦਾ ਰਿਹਾ, ਧਰੁਵ ਭਗਤ ਹੋ ਗਿਆ। ਉਧਰ ਰਾਜਾ ਵੀ ਬਹੁਤ ਬੁੱਢਾ ਹੋ ਗਿਆ। ਉਹ ਦੂਜੀ ਮਤਰੇਈ ਮਾਂ 'ਚ ਕੋਈ ਬੱਚਾ ਨਹੀਂ ਹੋਇਆ। ਫਿਰ ਉਸੇ ਧਰੁਵ ਨੂੰ ਹੀ ਬਣਾਉਣਾ ਸੀ ਰਾਜਾ। ਫਿਰ ਰਾਜੇ ਨੇ ਸੁਨੇਹਾ ਭੇਜਿਆ, ਆ ਤੈਨੂੰ ਮੈਂ ਰਾਜ ਸਾਰਾ ਦਿਨਾ, ਤੂੰ ਵਾਪਸ ਆ ਜਾ। ਅਤੇ ਧਰੁਵ ਭਗਤ ਵਾਪਸ ਆਇਆ। ਰਾਜਾ, ਮੰਤਰੀ, ਲੋਕ ਹਾਰ ਲੈ ਕੇ ਸ਼ਹਿਰ ਤੋਂ ਬਾਹਰ ਆਏ ਨੇ ਸਵਾਗਤ ਕਰਨ ਲਈ ਵੀ ਅਗਲਾ ਰਾਜਾ ਆ ਰਿਹਾ ਹੈ। ਦਸਮ ਪਾਤਸ਼ਾਹ ਕਹਿੰਦੇ ਉਹਨਾਂ ਬੱਚਿਆਂ ਨੇ ਤਪੱਸਿਆ ਕੀਤੀ, ਭਜਨ ਬੰਦਗੀ ਕੀਤੀ। ਕਿੱਥੇ ਸਤਯੁਗ, ਕਿੱਥੇ ਕਲਯੁਗ। ਅੱਜ ਵੀ ਲੋਕ ਉਹਨਾਂ ਦਾ ਨਾਮ ਜਾਣਦੇ ਨੇ। ਕਹਿੰਦੇ ਧਰਮ ਸਿੰਘ ਜੀ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਮਰਨ ਤੋਂ ਬਾਅਦ ਦੁਨੀਆ ਤੁਹਾਨੂੰ ਯਾਦ ਕਰੇ, ਇੱਕੋ ਹੀ ਢੰਗ ਹੈ, ਨਾਮ ਜਪੋ ਬਸ। ਨਾਮ ਹੀ ਮਨੁੱਖ ਨੂੰ ਅਮਰ ਕਰਦਾ ਹੈ। ਭਜਨ ਬੰਦਗੀ ਹੀ ਮਨੁੱਖ ਨੂੰ ਅਮਰ ਕਰਦੀ ਹੈ। ਆ ਸੰਤਾਂ ਮਾਤ ਨੂੰ ਕਿੰਨੇ ਸਾਲ ਹੋ ਗਏ। ਦੇਖੋ 1927 ਦੇ ਵਿੱਚ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਸਰੀਰ ਤਿਆਗ 1927, ਅਤੇ ਹੁਣ 2020 ਹੈ, 93 ਸਾਲ ਹੋ ਗਏ ਨੇ। ਹਰ ਸਾਲ ਉਹਨਾਂ ਦਾ ਜਨਮ, ਉਹਨਾਂ ਦੀ ਬਰਸੀ ਮਨਾਈ ਜਾਂਦੀ ਹੈ। ਭਗਤੀ ਕੀਤੀ ਹੈ ਨਾ। ਪਰਮਾਤਮਾ ਦਾ ਨਾਮ ਹੀ ਮਨੁੱਖ ਨੂੰ ਅਮਰ ਕਰਦਾ ਹੈ। ਇਹ ਰਾਜ ਪਾਤ ਉਹਨਾਂ ਚਿਰ ਜਿੰਨਾ ਚਿਰ ਰਾਜਾ ਰਹਿ ਗਿਆ। ਜਿੱਦੇ ਮਰ ਗਿਆ ਜਾਂ ਰਾਜ ਤੋਂ ਲੈ ਗਏ ਉਹਦੇ ਖਤਮ, ਕੌਣ ਪੁੱਛਦਾ? ਇੱਥੇ ਇੰਨੀ ਦੁਨੀਆ ਆ ਕੇ ਚਲੀ ਗਈ, ਕੋਈ ਨਹੀਂ ਪੁੱਛਦਾ। ਇਸ ਲਈ ਕਹਿੰਦੇ ਜੈਸੇ ਜਲ ਤੇ ਬੁੱਧਬਦਾ ਉਪਜੈ ਬਿਨਸੈ ਨੀਤ। ਜਿਵੇਂ ਪਾਣੀ 'ਚ ਬੁਲਬੁਲਾ ਬਣਦਾ, ਬਣਿਆ ਫਿਰ ਖਤਮ ਹੋ ਗਿਆ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਹੇ ਮਿੱਤਰਾ ਸੁਣ, ਸੰਸਾਰ ਦੀ ਰਚਨਾ ਵੀ ਬਸ ਇਹੋ ਜਿਹੀ ਹੈ। ਅੱਜ ਹੈ, ਕੱਲ੍ਹ ਨੂੰ ਜੀਵਨ ਨਹੀਂ ਹੈ। ਪ੍ਰਾਣੀ ਕਛੂ ਨ ਚੇਤਈ, ਮਦ ਮਾਇਆ ਕੈ ਅੰਧ। ਕਹੋ ਨਾਨਕ ਬਿਨ ਹਰ ਭਜਨ, ਪਰਤ ਤਾਹੇ ਜਮ ਫੰਦ। ਪ੍ਰਾਣੀ ਕਛੂ ਨ ਚੇਤੇ। ਇਹ ਪ੍ਰਾਣੀ ਰੱਬ ਨੂੰ ਯਾਦ ਹੀ ਨਹੀਂ ਕਰਦਾ। ਹੁਣ ਸਾਡਾ ਕਿਉਂ ਨਹੀਂ ਯਾਦ ਕਰਦਾ? ਮਦ ਮਾਇਆ ਕੈ ਅੰਧ। ਮਦ ਹੁੰਦਾ ਨਸ਼ਾ, ਮਾਇਆ ਦਾ ਵੀ ਨਸ਼ਾ ਹੁੰਦਾ। ਜਿਵੇਂ ਸ਼ਰਾਬ ਦਾ ਨਸ਼ਾ ਹੈ, ਫੀਮ ਦਾ ਨਸ਼ਾ ਹੈ, ਭੁੱਕੀ ਦਾ ਨਸ਼ਾ ਹੈ, ਬੀੜੀ ਸਿਗਰਟ ਦਾ ਵੀ ਨਸ਼ਾ ਹੈ, ਨਸ਼ੇ ਵਾਲੀ ਗੋਲੀਆਂ ਦੇ ਵੀ ਨਸ਼ੇ, ਨਸ਼ੇ ਵਾਲੇ ਟੀਕਿਆਂ ਦੇ ਵੀ ਨਸ਼ੇ, ਮਾਇਆ ਦਾ ਵੀ ਨਸ਼ਾ ਹੈ। ਮਦ ਮਾਇਆ ਕੈ ਅੰਧ। ਮਾਇਆ ਦੇ ਨਸ਼ੇ ਨੂੰ ਅੰਨ੍ਹਿਆ ਕਰ ਦਿੱਤਾ ਹੈ, ਸੋਝੀ ਮਾਰਤੀ ਹੈ। ਇਹਦੀ ਅਕਲ ਕੰਮ ਨਹੀਂ ਕਰਦੀ ਹੈ। ਇਹਨੂੰ ਬਸ ਮਾਇਆ ਵੱਲ ਹੀ ਖਿਆਲ ਹੈ। ਮਾਇਆ ਦਾ ਨਸ਼ਾ ਹੈ। ਹਾਂ, ਮੇਰੇ ਕੋਲ ਬਹੁਤ ਮਾਇਆ ਹੈ। ਮਾਇਆ ਦੇ ਨਸ਼ੇ 'ਚ ਅੰਨਾ ਹੋ ਗਏ, ਅਗਿਆਨੀ ਹੋ ਗਿਆ ਹੈ। ਇਸ ਲਈ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਬਾਹਰਲਿਆਂ ਨੂੰ ਜੇ ਕਹਿ ਦੇਣਾ 1 ਘੰਟਾ ਪਾਠ ਕਰਨਾ, ਬਾਬਾ ਜੀ ਮੇਰਾ ਕੰਮ ਹੋ ਜਾਏ, ਮੈਨੂੰ PR ਮਿਲ ਜਾਏ, ਮੈਨੂੰ ਫਲਾਣੀ ਮਿਲ ਜਾਏ। ਮਾਵਾਂ ਆਉਂਦੀਆਂ ਨੇ, ਕਿਹਦੀ ਭੈਣ ਆ ਜਾਂਦੀ ਅਰਦਾਸ ਕਰਾਉਣ। ਮੈਂ ਕਿਹਾ ਜੀ ਉਹਨੂੰ ਕਹੋ ਆਹ ਪਾਠ ਰੋਜ਼ 1 ਘੰਟਾ ਕਰਿਆ ਕਰੇ। ਉਹਦੇ ਕੋਲ ਤਾਂ ਜੀ ਵੇਲ ਨਹੀਂ ਹੈਗਾ। ਮੈਂ ਕਰ ਲਾਂ? ਮੈਂ ਕਿਉਂ? ਕਿ 24 ਘੰਟਿਆਂ ਦੇ ਵਿੱਚ 1 ਘੰਟੇ ਦੀ ਵੀ ਉਹਦੇ ਕੋਲ ਵੇਲ ਨਹੀਂ ਹੈ? ਕਿ ਉਹ ਹਰ ਵਕਤ ਕੰਮ ਕਰਦਾ ਹੈ? ਨਹੀਂ, ਰੁਚੀ ਹੋਈ ਨਹੀਂ ਹੈਗੀ। ਮਾਂ ਕਹਿੰਦੀ ਮੈਂ ਕਰ ਲਾਂ ਜੀ। ਉਹ ਤਾਂ ਉਹ ਗੱਲ ਸਾਡੀ ਤਾਈ ਕੁਚੱਜੀ ਸੀ, ਰੋਟੀਆਂ ਲਾ ਰਹੀ ਤੰਦੂਰ 'ਤੇ,
ਜਿਹੜੀ ਰੋਟੀ ਸੜ ਜਾ ਕਰੇ ਕਹਿੰਦੀ ਮੈਂ ਖਾ ਲਾਂਗੀ। 12 ਚੋਂ 7 ਸੜ ਗਈਆਂ, ਕਹਿੰਦੀ ਮੈਂ ਖਾ ਲਾਂਗੀ। ਅਤੇ ਕੋਲੋਂ ਸਾਡਾ ਤਾਇਆ ਲੰਘਿਆ, ਕਹਿ ਜੇ ਤੂੰ ਖਾ ਲੈ ਅਸੀਂ ਫਿਰ ਕੀ ਖਾਵਾਂਗੇ, ਸਾਡੇ ਲਈ ਬਚੀ ਕੋਈ ਨਹੀਂ, ਤੂੰ ਸਾਰੀਆਂ ਸਾੜਤੀਆਂ। ਜਿਹੜੀ ਸੜ ਜੇ ਕਹਿੰਦੀ ਮੈਂ ਖਾ ਲਾਂਗੀ, ਤਾਇਆ ਕਹਿੰਦਾ ਫਿਰ ਅਸੀਂ ਕੀ ਖਾਵਾਂਗੇ। ਇਹਨੂੰ ਕਹਿੰਦੇ ਕੁਛ ਜੇ 12 'ਚ ਇੱਕ ਅੱਧੀ ਸੜ ਜੇ ਤਾਂ ਹੋਰ ਗਿਆ, 12 7 ਸੜ ਗਈ। ਇਹ ਮਨੁੱਖ ਹੈ, ਇਹ ਅਗਿਆਨੀ ਹੈ, ਇਹ ਮਾਇਆ ਕਮਾਉਣ 'ਚ ਹੀ ਲੱਗਾ ਹੋਇਆ ਹੈ, ਇਹ ਮਾਇਆ ਦੇ ਨਸ਼ੇ 'ਚ ਹੈ, ਇਹਦੇ ਕੋਲ ਸਮਾਂ ਹੀ ਨਹੀਂ ਹੈਗਾ, ਇਹ ਰੱਬ ਨੂੰ ਯਾਦ ਹੀ ਨਹੀਂ ਕਰਦਾ। ਪ੍ਰਾਣੀ ਕਛੂ ਨਾ ਚੇਤੇ, ਬਿਲਕੁਲ ਵੀ ਨਹੀਂ ਯਾਦ ਕਰਦਾ। ਮਦ ਮਾਇਆ ਕੈ ਅੰਧ, ਮਾਇਆ ਦੇ ਨਸ਼ੇ 'ਚ ਅੰਨਾ ਹੋਇਆ ਹੋਇਆ, ਅਗਿਆਨੀ ਹੋ ਗਿਆ। ਕਹੋ ਨਾਨਕ ਬਿਨ ਹਰ ਭਜਨ, ਹੇ ਇਨਸਾਨ ਜਿਹੜਾ ਨਾਮ ਨਹੀਂ ਨਾ ਜਪਦਾ, ਪਰਤ ਤਾਹੇ ਜਮ ਫੰਦ, ਉਹਦੇ ਫਿਰ ਗਲ 'ਚ ਜਮਾਂ ਦੀ ਫਾਹੀ ਪੈਂਦੀ ਹੈ। ਜਮ ਫਿਰ ਫਾਹੀ ਪਾਉਂਦੇ ਨੇ, ਰੱਸਾ ਪਾ ਲੈਂਦੇ ਨੇ ਗਲ 'ਚ। ਗੁਰਬਾਣੀ ਕਿਤੇ ਕਿਤੇ ਲਿਖਿਆ ਸੰਗਲ, ਫਿਰ ਜਮ ਰੱਸਾ ਪਾ ਲੈਂਦੇ ਨੇ। 2 ਜਮ ਲੈਣ ਹੁੰਦੇ ਨੇ ਹਮੇਸ਼ਾ, ਇੱਕ ਕੋਲੇ ਰੱਸਾ ਜਾਂ ਸੰਗਲ ਹੁੰਦਾ, ਦੂਜੇ ਕੋਲੇ ਡੰਡਾ ਹੁੰਦਾ ਜਿਹਨੂੰ ਠੇਂਗਾ ਗੁਰਬਾਣੀ 'ਚ ਲਿਖਿਆ। ਇੱਕ ਅੱਗੇ ਉਹਨੂੰ ਖਿੱਚੀ ਜਾਂਦਾ, ਦੂਜਾ ਮਗਰ ਡੰਡੇ ਮਾਰਦਾ, ਛੇਤੀ ਤੁਰ। ਕਹਿੰਦੇ ਕਹੋ ਨਾਨਕ ਬਿਨ ਹਰ ਭਜਨ, ਜੇ ਤੂੰ ਹਰੀ ਦੀ ਭਜਨ ਬੰਦਗੀ ਨਹੀਂ ਨਾ ਕਰੇਂਗਾ, ਪਰਤ ਤਾਹੇ ਜਮ ਫੰਦ, ਉਹਦੇ ਗਲ 'ਚ ਜਮਾਂ ਦੀ ਫਾਹੀ ਪੈ ਗਈ। ਇਸ ਲਈ ਅਜੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਅਜੇ ਸਮਾਂ ਹੈ, ਸੋਝੀ ਆ ਜੇ। ਜਿੰਨਾ ਵੀ ਸਮਾਂ ਮਿਲੇ ਭਜਨ ਬੰਦਗੀ ਕਰੋ। ਇਹ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ। ਮੇਰੀ ਮੰਨਿਓ ਚਾਹੇ ਨਾ ਮੰਨਿਓ, ਇਹ ਤਾਂ ਬਾਣੀ ਹੈ, ਇਹ ਤਾਂ ਬਾਣੀ ਹੈ, ਇਹ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ। ਅਤੇ ਜੇ ਸਿੱਖ ਆਪਣੇ ਗੁਰੂ ਦੀ ਗੱਲ ਨਹੀਂ ਮੰਨੇਗਾ, ਫਿਰ ਉਹ ਸਿੱਖ ਕਾਹਦਾ, ਉਹ ਸਿੱਖ ਕਾਹਦਾ, ਉਹ ਤਾਂ ਫਿਰ ਬੁਰਾਏ ਨਾਮ ਹੋ ਗਿਆ ਨਾ। ਵੀ ਸ਼ਕਲ ਸੂਰਤ ਤੋਂ ਹੈ, ਗੁਰੂ ਦੀ ਗੱਲ ਕੋਈ ਨਹੀਂ ਮੰਨਦਾ ਹੈ। ਇਹ ਸਾਰੇ ਦੇ ਸਾਰੇ ਜਿੰਨੇ 57 ਸ਼ਲੋਕ ਨੇ, ਜੇ ਸਾਰਿਆਂ ਦੀ ਕਥਾ ਤੁਸੀਂ ਸੁਣੋ, ਤੁਸੀਂ ਇਸ ਨਤੀਜੇ 'ਤੇ ਪਹੁੰਚੋਗੇ ਕਿ ਗੁਰੂ ਮਹਾਰਾਜ ਕਹਿੰਦੇ ਮੋਹ ਛੱਡੋ, ਹਰ ਪ੍ਰਕਾਰ ਦਾ ਮੋਹ ਛੱਡੋ। ਕੰਮ ਨਹੀਂ ਛੱਡਣ ਨੂੰ ਕਿਹਾ, ਕੰਮ ਤੇ ਕਰਨਾ, ਕਿਰਤ ਤੇ ਕਰਨੀ ਹੈ, ਪਰ ਨਾਮ ਜ਼ਰੂਰ ਜਪਣਾ ਹੈ। ਇਹ ਨਹੀਂ ਕਿ ਨਿਰੀ ਕਿਰਤੀ ਕਰਦੇ ਰਹੋ, ਨਿਰੀ ਮਾਈ ਕਮਾਉਂਦੇ ਰਹੋ ਤੇ ਨਾਮ ਨਾ ਜਪੋ। ਗੁਰੂ ਨਾਨਕ ਨੇ ਕਿਹਾ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਜ਼ਬਰਦਸਤ ਸੰਸਾਰ ਦੇ ਸਿਧਾਂਤ ਗੁਰੂ ਨਾਨਕ ਦੇਵ ਨੇ ਦਿੱਤੇ। ਕਿਤੇ ਸੰਸਾਰ ਇਹਨਾਂ ਤਿੰਨਾਂ ਸਿਧਾਂਤਾਂ ਨੂੰ ਅਪਣਾ ਲੈਣਾ ਸੱਚੇ ਦਿਲੋਂ, ਇਹ ਤਾਂ ਕੱਲ੍ਹ ਨੂੰ ਅਮੀਰ ਹੋ ਜਾਏਗਾ, ਇਹ ਤਾਂ ਕੱਲ੍ਹ ਨੂੰ ਹੀ ਅਮੀਰ ਹੋ ਜਾਵੇਗਾ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਜਿੰਨਾ ਵੀ ਸਮਾਂ ਮਿਲੇ ਉਹਦਾ ਸਦ ਉਪਯੋਗ ਕਰਨਾ ਹੈ, ਉਹਦੀ ਸਹੀ ਵਰਤੋਂ ਕਰਨੀ, ਭਜਨ ਬੰਦਗੀ ਕਰਨੀ, ਜੀਵਨ ਲੇਖੇ ਲਾਉਣਾ। ਨਾਲੇ ਜਿਉਂ-ਜਿਉਂ ਤੁਸੀਂ ਭਜਨ ਬੰਦਗੀ ਕਰਦੇ ਜਾਓਗੇ, ਪਰਮਾਤਮਾ ਤੁਹਾਡੇ ਕਾਰਜ ਰਸ ਕਰਦਾ ਜਾਏਗਾ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਰਜ ਸਵਾਰਤਾ। ਜੋ ਪਰਮਾਤਮਾ ਦੀ ਭਜਨ ਬੰਦਗੀ ਕਰਦਾ ਹੈ, ਪਰਮਾਤਮਾ ਦੇ ਕਾਰਜ ਸਵਾਰਦਾ ਹੈ। ਅਤੇ ਕਿਹੜਾ ਚਾਹੁੰਦਾ ਮੇਰਾ ਕਾਰਜ ਵਿਗੜ ਜਾਏ? ਜੋ ਵੀ ਤੁਸੀਂ ਕਾਰਜ ਆਰੰਭ ਕਰਦੇ ਹੋ, ਅਰਦਾਸਾ ਕਰਾਉਂਦੇ ਨਾ, ਸੱਚੇ ਪਾਤਸ਼ਾਹ ਮੈਂ ਮਕਾਨ ਬਣਾਉਣ ਲੱਗਾ, ਇਹ ਨਿਰਵਿਘਨ ਪੂਰਾ ਹੋ ਜਾਏ। ਕਈ ਮੈਨੂੰ ਸੱਦਦੇ ਨੇ, ਬਾਬਾ ਸਾਡੀ ਅਰਦਾਸ ਕਰ ਦਿਓ, ਨਿਰਵਿਘਨ ਪੂਰਨ ਹੋ ਜਾਏ। ਤੁਸੀਂ ਪਾਠ ਕਰੋ, ਤੁਸੀਂ ਭਜਨ ਬੰਦਗੀ ਕਰੋ। ਬਾਣੀ 'ਚ ਇਸ ਗੱਲ ਦੀ ਗਰੰਟੀ ਦਿੱਤੀ ਹੈ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤ। ਤੁਸੀਂ ਭਜਨ ਬੰਦਗੀ ਕਰੋ, ਪਰਮਾਤਮਾ ਤੁਹਾਡੇ ਕਾਰਜ ਸਵਾਰੇਗਾ। ਧਿਰ ਧਿਰ ਅੱਗੇ ਹੱਥ ਅੱਡਣ ਦੀ ਕੀ ਲੋੜ ਹੈ? ਧਿਰ ਧਿਰ ਅੱਗੇ ਨੱਕ ਰਗੜਨ ਦੀ ਕੀ ਲੋੜ ਹੈ? ਨਾਮ ਜਪੀ ਜਾਓ, ਬਾਣੀ ਪੜ੍ਹੀ ਜਾਓ, ਨਾਮ ਜਪੀ ਜਾਓ, ਬਾਣੀ ਪੜ੍ਹੀ ਜਾਓ,
ਪਰਮਾਤਮਾ ਆਪੇ ਤੁਹਾਡੇ ਕਾਰਜ ਸਵਾਰੇਗਾ, ਉਹ ਆਪੇ ਸਬੱਬ ਬਣਾਵੇਗਾ, ਆਪੇ ਉਹ ਢੋਅ ਢਕਾਏਗਾ। ਇਹ ਉਹਦਾ ਕੰਮ ਹੈ। ਸਾਡਾ ਕੰਮ ਹੈ ਭਜਨ ਬੰਦਗੀ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।